ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦ। ਹੱਥ ਚੌਥਾ ਅਧਿਆਇ ਆਰੰਭ ਦੋਹਰਾ। ਉਤਕੰਠਾ ਨਿਜ ਚਿੱਤ ਕੀ ਕਹੇ ਚਤੁਰਥੇ ਅਧਿਆਏ। ਕਰਤ ਬਿਨੋ ਨਿਰਭ ਸੰਭ ਪਹਿ ਸਾਤ ਸਲੋਕ ਬਨਾਏ। ਉਤਕੰਠਾ ਨਿਜ ਚਿੱਤ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 3 ਅਧਿਆਏ ਹੋ ਚੁੱਕੇ ਆ। ਅੱਜ ਚੌਥਾ ਅਧਿਆਏ ਵਿਰਾਗ ਸ਼ਤਕ ਦਾ ਜੋ ਰਾਜਾ ਭਰਤਰੀ ਜੀ ਦੇ ਪਾਸੋਂ ਲਿਖਿਆ ਗਿਆ ਹੈ। ਅੱਜ ਚੌਥੇ ਅਧਿਆਏ ਦੀ ਆਪਾਂ ਵਿਚਾਰ ਪ੍ਰਾਰੰਭ ਕਰਾਂਗੇ। ਆਓ ਆਪਾਂ ਚੌਥੇ ਅਧਿਆਏ ਦੀ ਵਿਚਾਰ ਜਿਹੜੀ ਪੜ੍ਹੀਏ। ਸਾਰਿਆਂ ਥਾਂ ਦੇ ਸਾਰੇ ਅਧਿਆਇ ਵਿੱਚ ਮੰਗਲ ਪਹਿਲਾਂ ਲਿਖਿਆ ਹੈ। ਸਮਝ ਲਓ ਪਰਮਾਤਮਾ ਦਾ ਨਾਮ ਆਰੰਭ ਕਰਦੇ ਆ। ਜੋ ਵੀ ਸੰਤ ਮਹੰਤ ਪੰਥ ਦੇ ਜਦੋਂ ਟੀਕਾ ਲਿਖਦੇ ਆ ਜਾਂ ਮੂਲ ਲਿਖਦੇ ਆ ਅਤੇ ਪਰਮੇਸ਼ਰ ਦਾ ਸ਼ੁਕਰਾਨਾ ਆਪਣੇ ਵੱਲੋਂ ਕਰਦੇ ਆ, ਆਪਣੀ ਆਸਥਾ ਜਣਾਉਂਦੇ ਆ, ਦੱਸਦੇ ਵੀ ਕਿਸ ਦੇ ਉਪਾਸਕ ਹਾਂ। ਇੱਕ ਜੋ ਅਦਵੈਤ ਸਰੂਪ ਪਰਮੇਸ਼ਰ ਹੈ, ਓਂਕਾਰ ਸ਼ਬਦ ਦਾ ਪ੍ਰਕਾਸ਼ਕ ਹੈ, ਸਤਿਗੁਰ ਦੀ ਪ੍ਰਸਾਦ ਦੀ ਕਿਰਪਾ ਕਰਕੇ ਉਸ ਦੀ ਪ੍ਰਾਪਤੀ ਹੈ। ਇਹਦਾ ਅਰਥ ਇੱਦਾਂ ਸੂਖਮ ਰੂਪ ਵਿੱਚ ਹੱਥ ਗਈ। ਹੁਣ ਚੌਥਾ ਅਧਿਆਇ ਆਰੰਭ ਹੁੰਦਾ ਹੈ ਦੋਹਰਾ। ਉਤਕੰਠਾ ਨਿਜ ਚਿੱਤ ਕੀ। ਨਿਜ ਕਹੀਏ ਆਪਣੇ ਚਿੱਤ, ਕਹੀਏ ਚਿੱਤ ਦੀ ਜਾਂ ਮਨ ਦੀ ਜਿਹੜੀ ਉਤਕੰਠਾ ਕਹੀਏ ਇੱਛਾ ਆ। ਕਹੇ ਚਤੁਰਥੇ ਅਧਿਆਏ। ਚੌਥੇ ਅਧਿਆਏ ਦੇ ਵਿੱਚ ਜਿਹੜੇ ਹੈ ਉਹ ਕਹਿੰਦੇ ਹਨ ਭਰਤਰੀ ਜੋਗੀ ਜੀ। ਕਰਤ ਬਿਨੋ ਨਿਰਪ ਸੰਭ ਪੈ ਹੈ। ਤੇ ਨਿਰਪ ਕਹੀਏ ਰਾਜਾ ਜੋ ਭਰਤਰੀ ਜੀ ਹੈ ਉਹ ਸੰਭ ਪੈ ਹੈ। ਆ ਜੋ ਸ਼ੰਭੂ ਜੀ ਹੈ, ਸ਼ੰਭੂ ਕੌਣ ਆ? ਸ਼ਿਵ ਜੀ। ਸ਼ਿਵ ਜੀ ਦੇ ਪੈਸੇ ਕਹੀਏ ਪਾਸ ਜਾਂ ਕੋਲ। ਰਾਜਾ ਭਰਤਰੀ ਜੀ ਸ਼ਿਵ ਜੀ ਦੇ ਕੋਲ ਬਿਨੋਂ ਕਹੀਏ ਬੇਨਤੀ ਕਰਦੇ ਹਨ। 7 ਸਲੋਕ ਬਣਾਏ। 7 ਸਲੋਕ ਬਣਾ ਸਵਾਰ ਕੇ 7 ਸਲੋਕ ਬਣਾ ਸਵਾਰ ਕੇ ਤੇ ਕਥਨ ਕਰਦੇ ਹੈ। ਇਹ ਕਾਲ ਦਾ ਜਿਹੜਾ ਭੈ ਆ ਉਸ ਭੈ ਨੂੰ ਧਾਰ ਕਰਕੇ ਵਿਰਾਗ ਦੇ ਸਹਿਤ ਹੋ ਕਰਕੇ ਚਿੱਤ ਦੀ ਇੱਛਾ ਨੂੰ ਕਹਿੰਦੇ ਆ ਚੌਥਾ ਅਧਿਆਏ। ਅਤੇ ਸ਼ਿਵ ਜੀ ਅੱਗੇ ਬੇਨਤੀ ਕਰਦੇ ਆ 7 ਸਲੋਕ ਬਣਾ ਕੇ। ਸਮਝ ਆ ਗਈ ਜੀ। ਕਈ ਥਾਵਾਂ 'ਤੇ ਇੱਥੇ ਪਾਠ 7 ਸਲੋਕ ਬਤਾਏ ਵੀ 7 ਸਲੋਕ ਬਤਾਏ ਗਏ ਦੱਸ ਕੇ। ਦੂਸਰਾ ਪਾਠ ਸਮਝ ਲਓ ਬਣਾਏ ਪਾਠ ਮੁੱਖ ਪਾਠ ਆ, ਮਤਲਬ ਸਮਝ ਲਓ ਸ਼ੁਭ ਪਾਠ ਬਣਾਏ ਆ। ਉਤਕੰਠਾ ਨਿਜ ਚਿੱਤ ਕੀ। ਆਪਣੇ ਚਿੱਤ ਦੀ ਜਿਹੜੀ ਇੱਛਾ ਵਾ ਉਹ ਉਤਕੰਠਾ ਨਾਮ ਇੱਛਾ ਦਾ ਉਹ ਇੱਛਾ ਕਹਿੰਦੇ ਆ ਚੌਥੇ ਅਧਿਆਏ ਵਿੱਚ। ਅਤੇ ਕਰਤ ਬਿਨੋ ਨਿਰਪ ਸੰਭ ਪਹਿ। ਨਿਰਪ ਰਾਜਾ ਭਰਤਰੀ ਜੋਗੀ ਜੀ ਸੰਭ ਪਹਿ ਕਹੀਏ ਸ਼ਿਵ ਜੀ ਦੇ ਕੋਲ ਆਪਣੀ ਜਿਹੜੀ ਬਿਨੋ ਬੇਨਤੀ ਕਰਦੇ ਆ। 7 ਸਲੋਕ ਬਣਾਏ। 7 ਸਲੋਕ ਬਣਾ ਸਵਾਰ ਕੇ। ਹਾਂਜੀ, ਕਿਉਂਕਿ ਪਿਛਲੇ ਅਧਿਆਏ ਵਿੱਚ ਕਾਲ ਦੇ ਬਾਰੇ ਦੱਸਿਆ। ਉਸ ਕਾਲ ਦਾ ਭੈ ਰੱਖ ਕੇ ਵਿਰਾਗ ਦੇ ਸਹਿਤ ਹੋ ਕੇ ਬੇਨਤੀ ਕਰ ਰਹੇ ਹਾਂ ਸ਼ਿਵ ਜੀ ਪਾਸ। ਤੋਟਕ ਛੰਦ। ਏਕ ਨਿਸਾ ਪ੍ਰਿਹ ਸ਼ਾਂਤ ਮਨਾ। ਨਿਸ ਨਾਮ ਦਾ ਰਹਿਤ ਦਾ, ਠੀਕ ਆ ਜੀ। ਪ੍ਰਿਹ ਨਾਮ ਦਾ ਇੱਛਾ ਦਾ ਪਾ ਇੱਛਾ ਤੋਂ ਰਹਿਤ। ਇੱਕ ਦਾ ਇੱਕੋ ਇੱਕ ਜਾਂ ਇੱਕੋ ਇੱਕ ਭਾਵ ਕਲਮ ਕੱਲਾ ਜਾਂ ਕੇਵਲ ਇੱਕੋ ਹੀ ਇੱਕ। ਨਿਸਾ ਪ੍ਰਿਹ ਭਾਵ ਨਿਸਾ ਕਹੀ ਹੈ ਰਹਿਤ, ਪ੍ਰਿਹ ਕਹੀ ਇੱਛਾ। ਇੱਕੋ ਹੀ ਇੱਕ ਇੱਛਾ ਤੋਂ ਰਹਿਤ ਤੇ ਸ਼ਾਂਤ ਮਨ ਹੋ ਕੇ ਜਿਹੜਾ ਕਹਿੰਦੇ ਵੀ ਮੈਂ ਫਿਰਦਾ ਹੋਵਾਂ। ਬੇਨਤੀ ਕਰ ਰਹੇ ਆ ਵੀ ਇੱਕੋ ਇੱਕ ਭਾਵ ਕਲਮ ਕੱਲਾ, ਕੇਵਲ ਮੈਂ ਇਕੱਲਾ ਹੀ। ਇੱਛਾ ਤੋਂ ਰਹਿਤ ਹੋ ਕੇ ਜਿਹੜਾ ਤੇ ਸ਼ਾਂਤ ਮਨ ਨੂੰ ਸ਼ਾਂਤ ਕਰਕੇ ਭਾਵ ਸ਼ਾਂਤੀ ਮਨ ਵਿੱਚ ਹੋਵੇ ਅਤੇ ਇਸ ਤਰ੍ਹਾਂ ਫਿਰਦਾ ਹੋਵਾਂ। ਘਰ ਪਾਤਰ ਪਵਿੱਤਰ ਦਿਸ਼ਾ ਬਸਨਾ। ਅਤੇ ਮੇਰੇ ਕਹਿੰਦੇ ਜਿਹੜੇ ਕਾਰ ਕੋਈ ਹਾਥੀ ਪਾਤਰ ਕੀ ਭਾਂਡਾ ਜਾਂ ਖਪਰ ਹੋਣ ਅਤੇ ਜਿਹੜੀ ਪਵਿੱਤਰ ਦਿਸ਼ਾ ਇਹੀ ਹੈ ਬਸਣਾ ਕਹੀਏ ਮੇਰੇ ਕੱਪੜੇ ਹੋਣ।
ਸਮਝ ਆ ਗਈ ਨਾ। ਕਰ ਪਾਤਰ ਪਵਿੱਤਰ ਦਿਸ਼ਾ ਬਸਨਾ, ਹੱਥਾਂ ਰੂਪੀ ਪਾਤਰ ਭਾਂਡਿਆ ਜਿਹੜਾ ਪਵਿੱਤਰ, ਇਹ ਮੇਰੇ ਪਾਸ ਹੋਵੇ ਛਕਣ ਛਕਾਉਣ ਨੂੰ। ਤੇ ਦਿਸ਼ਾ ਬਸਨਾ, ਜਿਹੜੀਆਂ ਬਸਨਾ ਕਹੀਏ ਕੱਪੜੇ ਆ, ਉਹ ਕੀ ਹੋ? ਦਿਸ਼ਾਵਾਂ, ਚਾਰੇ ਦਿਸ਼ਾਵਾਂ ਭਾਵ ਦਿਗੰਬਰ ਕੱਪੜੇ ਮੇਰੇ ਦਿਸ਼ਾ ਹੋਣ। ਕਰਮਾ ਨਿਰਮੂਲਨ ਮੈਂ ਨਿਪੁਨਾ, ਫਿਰ ਜਿਹੜੇ ਕਰਮ ਆ, ਨਿਰ ਹੁੰਦਾ ਜਿਹੜਾ ਰਹਿਤ, ਮੂਲ ਹੁੰਦਾ ਮੁੱਢ ਤੋਂ ਰਹਿਤ, ਭਾਵ ਜਿਹੜੇ ਕਰਮ ਆ ਉਹਨੂੰ ਮੁੱਢ ਤੋਂ ਰਹਿਤ ਹੀ ਇਹ ਕਰਨ ਦੇ ਮੈਂ ਕਹੀਏ ਵਿੱਚ, ਨਿਪੁਨਾ ਕਹੀਏ ਨਿਪੁੰਨ ਹੋਵਾਂ, ਚਤੁਰ ਹੋਵਾਂ। ਨਿਪੁਨਾ ਅਰਥ ਚਤੁਰ ਸਿਆਣੇ ਦਾ ਹੁੰਦਾ। ਇਸ ਤਰ੍ਹਾਂ ਬੇਨਤੀ ਜਿਹੜੀ ਕਰ ਰਹੇ ਆ ਵੀ ਸਾਰੇ ਪ੍ਰਕਾਰ ਦੇ ਜਿਹੜੇ ਕਰਮ ਆ, ਉਹ ਕਰਮਾਂ ਨੂੰ ਨਿਰਮੂਲ ਭਾਵ ਮੁੱਢ ਤੋਂ ਰਹਿਤ ਭਾਵ ਜੜੋਂ ਪੁੱਟਣ ਦੇ ਵਿੱਚ ਮੈਂ ਨਿਪੁੰਨਾ ਹੋਵਾਂ, ਚਤੁਰ ਹੋਵਾਂ। ਐਸੀ ਜਿਹੜੀ ਕਿਰਪਾ ਮੰਗ ਰਹੇ ਵੀ ਇਹੋ ਜਿਹਾ ਮੈਂ ਹੋਵਾਂ। ਤੇ ਸ਼ਿਵ ਜੀ ਕਬ ਹੋਇ ਮਮ ਐਸੇ ਦਿਨਾ, ਐਸੇ ਦਿਨਾਂ ਭਾਵ ਐਸੇ ਦਿਨ ਮੇਰੇ ਉੱਪਰ ਕਬ ਹੋਇਆ, ਕਦੋਂ ਹੋਣਗੇ ਇਹ ਸ਼ਿਵ ਜੀ ਮਹਾਰਾਜ, ਕਦੋਂ ਮੇਰੇ ਇਹ ਦਿਨ ਹੋਣਗੇ। ਇਹ ਤੇ ਜਿਹੜੇ ਸਾਰੇ ਕਰਮ ਕਿਹਾ ਨਾ, ਕਿੱਦਾਂ ਵੀ ਕਰਮਾ ਲਿਖਣਾ, ਕਰਮਾ ਸ਼ਬਦ ਆਇਆ ਭਾਵ ਨਿਸ਼ਕਾਮ ਕਰਮ ਵੀ ਤੇ ਸ਼ਕਾਮ ਕਰਮ ਵੀ, ਦੋਨੋਂ ਹੀ ਅਸਲ ਵਿੱਚ ਇਹਦੇ ਜੜ ਪੁੱਟਣ ਵਾਲੇ ਆ। ਇਹ ਕਿੱਦਾਂ ਇਹਦਾ ਦੱਸਦੇ ਆਪਾਂ ਥੋੜ੍ਹਾ। ਕਰਮਾਂ ਤੋਂ ਭਾਵ ਨਿਸ਼ਕਾਮ ਕਰਮ ਤੇ ਸ਼ਕਾਮ ਕਰਮ, ਸ਼ਕਾਮ ਨਾਲ ਸਹਿਤ ਕਰਮ ਤੇ ਕਾਮਨਾ ਤੋਂ ਬਿਨਾਂ ਜਿਹੜੇ ਕਰਮ ਆ ਨਿਸ਼ਕਾਮ ਕਰਮ। ਨਿਸ਼ਕਾਮ ਤੇ ਸ਼ਕਾਮ ਕਰਮਾਂ ਦੀ ਨਿਰਮੂਲਨ ਕਹੀਏ ਜੜ ਪੁੱਟਣ ਜਾਂ ਜੜ ਤੋਂ ਰਹਿਤ, ਮੁੱਢ ਤੋਂ ਰਹਿਤ ਕਰਨ ਦੇ ਮੈਂ ਕਹੀਏ ਵਿੱਚ ਨਿਪੁੰਨਾ ਹੋਵਾਂ। ਸ਼ਿਵ ਜੀ ਕਬ ਹੋਇਆ ਮਮ ਐਸ ਦਿਨ, ਐਸੇ ਜਿਹੜੇ ਦਿਨ ਕਦੋਂ ਹੋਣਗੇ। ਮਮ ਕਹੀਏ ਮੇਰੇ ਇਹ ਸ਼ਿਵ ਜੀ ਮਹਾਰਾਜ, ਕਦੋਂ ਮੇਰੇ ਤੇ ਦਿਨ ਹੋਣਗੇ, ਕਦੋਂ ਹੀ ਮੇਰੇ ਦਿਨ ਆਉਣਗੇ। ਹੁਣ ਤੁਸੀਂ ਕਹੋਗੇ ਵੀ ਨਿਸ਼ਕਾਮ ਕਰਮ ਚੰਗੇ ਆ, ਸ਼ਕਾਮ ਕਰਮ ਮਾੜੇ ਆ। ਸਾਰੇ ਕਰਮ ਕਹਿਣ ਦੇ ਵਿੱਚ, ਸਾਰੇ ਕਰਮ ਜਦੋਂ ਕਹਿ ਦਿੱਤਾ ਉੱਪਰ ਅਰਥ ਵਿੱਚ ਵੀ ਸਾਰੇ ਕਰਮਾਂ ਨੂੰ ਮੈਂ ਜਿਹੜੀ ਜੜ ਪੁੱਟਣ ਵਿੱਚ ਨਿਪੁੰਨ ਹੋਵਾਂ। ਸਾਰੇ ਕਰਮਾਂ ਵਿੱਚ ਜਦੋਂ ਕਹਾਂਗੇ ਤਾਂ ਨਿਸ਼ਕਾਮ ਕਰਮਾਂ ਦੀ ਵੀ ਨਿਸ਼ੇਧੀ ਹੋ ਜਾਂਦੀ ਹੈ। ਅਤੇ ਵੀ ਉਹ ਗੱਲ ਕਿਵੇਂ ਬਣ ਸਕਦੀ ਆ, ਉਹ ਕਿਵੇਂ ਗੱਲ ਬਣੂਗੀ। ਨਿਸ਼ਕਾਮ ਕਰਮ ਤੇ ਜ਼ਰੂਰੀ ਆ, ਕਿਉਂਕਿ ਗ੍ਰੰਥਾਂ ਵਿੱਚ ਲਿਖਿਆ ਹੋਇਆ। ਇਹਦਾ ਉੱਤਰ ਇਹ ਆ ਵੀ ਸ਼ਕਾਮ ਕਰਮ ਤੇ ਨਿਸ਼ਕਾਮ ਕਰਮ, ਇਹ ਜਿਹੜੇ ਦੋਨੋਂ ਕਰਮ ਆ ਇਹ ਬਾਹਰਮੁਖੀ ਆ, ਕਿਉਂਕਿ ਬਾਹਰਮੁਖੀ ਹੈ। ਸਰੀਰ ਦੇ ਨਾਲ ਆਪਾਂ ਨਿਸ਼ਕਾਮ ਕਰਮ ਵੀ ਕਰਾਂਗੇ ਤੇ ਬਾਹਰੀ ਕਰਮ ਵੀ ਕਰਾਂਗੇ। ਸ਼ਕਾਮ ਨਾਲ ਸਹਿਤ ਵੀ ਤੇ ਭਾਵੇਂ ਨਿਸ਼ਕਾਮ ਕਰਮ ਕਰਾਂਗੇ, ਉਹ ਬਾਹਰੀ ਮੁਖੀ ਹੈ। ਬਾਹਰ ਮੁੱਖ ਜਿਹੜਾ ਪੁਰਸ਼ ਹੈ ਨਾ, ਜਦੋਂ ਮਨ ਦੀ ਬਿਰਤੀ ਬਾਹਰ ਆ ਉਦੋਂ ਹੀ ਆਪਾਂ ਕਰਾਂਗੇ। ਅਤੇ ਜਿਨ੍ਹਾਂ ਦਾ ਮਨ ਸ਼ਾਂਤ ਨਹੀਂ ਹੋਇਆ, ਅਤੇ ਜਿਨ੍ਹਾਂ ਦਾ ਮਨ ਸ਼ਾਂਤ ਹੋ ਗਿਆ, ਇਹ ਬਾਹਰੀ ਪੁਰਸ਼ ਵਾਸਤੇ ਜਿਨ੍ਹਾਂ ਦਾ ਮਨ ਸ਼ਾਂਤ ਨਹੀਂ ਆ, ਉਹਨੂੰ ਨਿਸ਼ਕਾਮ ਕਰਮ ਕਰਨੇ ਪੈਣਗੇ। ਫਿਰ ਉਹਦਾ ਮੈਲ ਹਿਰਦੇ ਦੀ ਜਾਊਗੀ, ਫਿਰ ਮਨ ਪਵਿੱਤਰ ਹੋਊ, ਫਿਰ ਟਿਕਾ ਹੋਊ। ਪਰ ਜਿਨ੍ਹਾਂ ਦਾ ਮਨ ਸ਼ਾਂਤ ਹੋਇਆ, ਉਹਨਾਂ ਨੂੰ ਕਹਿੰਦੇ ਨਿਸ਼ਕਾਮ ਕਰਮ ਵੀ ਦੁੱਖ ਰੂਪ ਆ, ਕਿਉਂਕਿ ਜੋ ਕਰਮ ਆ ਉਹ ਤਾਂ ਮਨ ਦੀ ਬਾਹਰ ਮੁਖੀ ਬਿਰਤੀ ਕਰਕੇ ਹੁੰਦੇ ਆ। ਅਰੇ ਸ਼ਾਂਤੀਵਾਨ ਜਿਹੜਾ ਪੁਰਸ਼ ਆ ਅਤੇ ਉਹ ਬਾਹਰ ਮੁਖ ਤਾਂ ਕਦੀ ਹੁੰਦਾ ਨਹੀਂ, ਬਾਹਰ ਮੁਖ ਹੋਵੇ ਤਾਂ ਫਿਰ ਦੁਖੀ ਹੁੰਦਾ। ਇਸ ਕਰਕੇ ਸਾਰੇ ਕਰਮਾਂ ਦਾ ਤਿਆਗ ਹੀ ਸ਼ਾਂਤੀ ਦਾ ਕਾਰਨ ਆ। ਬਿਲਕੁਲ ਸ਼ਾਂਤੀ ਬਿਨਾਂ ਜਿਹੜਾ ਸੁੱਖ ਉਹ ਕਦੀ ਹੁੰਦਾ ਨਹੀਂ ਆ। ਇਸ ਤਰ੍ਹਾਂ ਜਿਹੜਾ ਕਿਹਾ ਤੁਸੀਂ ਸਮਝ ਲਓ, ਕਿਉਂਕਿ ਜਿਹੜੇ ਆ ਨਾ ਨਿਸ਼ਕਾਮ ਕਰਮ, ਸਮਝ ਲਓ ਵੀ ਨਿਸ਼ਕਾਮ ਕਰਮ ਵੀ ਆਪਾਂ ਕਿਸੇ ਵਾਸਤੇ ਆਪਣੀ ਕੋਈ ਨਾ ਕੋਈ ਇੱਛਾ ਤਾਂ ਹੈ। ਨਿਸ਼ਕਾਮ ਕਰਮ ਵੀ ਕਰਦੇ ਹਾਂ, ਕੋਈ ਨਾ ਕੋਈ ਸਵਾਰਥ ਤਾਂ ਹੈ ਹੀ। ਠੀਕ ਹੈ, ਜਿਹੜੀ ਚੀਜ਼ ਕਾਮਨਾ ਨਹੀਂ ਆ ਉੱਦਾਂ ਕਰਦੇ ਹਾਂ, ਉਹਦੇ ਵਿੱਚ ਸਾਡੀ ਕਾਮਨਾ ਹੋਰ ਹੀ ਹੁੰਦੀ ਆ ਵੀ ਸਾਡਾ ਭਲਾ ਹੋ ਜਾਊਗਾ, ਚਲੋ ਸੇਵਾ ਕਰ ਲਈਏ। ਇਹ ਬਾਹਰਮੁਖ ਬਿਰਤੀ ਆ। ਅਤੇ ਜਦੋਂ ਮਨ ਸ਼ਾਂਤ ਹੋ ਗਿਆ ਉਦੋਂ ਤਾਂ ਨਾ ਅੰਦਰ ਮੁੱਖ ਬਿਰਤੀ, ਉਹ ਅੰਦਰ ਹੀ ਸਮਾ ਜਾਂਦਾ, ਬਾਹਰ ਦੇ ਮੁੱਖ ਬਿਰਤੀ ਰਹਿੰਦੀ ਨਹੀਂ। ਇਸ ਕਰਕੇ ਸਾਰੇ ਕਰਮਾਂ ਦੇ ਕਥਨ ਕੀਤਾ ਆ। ਸੋ ਰੋ ਵਿਚਾਰ ਇੰਨੇ ਸਮਝ ਲਓ ਵੀ ਕਰਮਾਂ ਜਿਹੜੇ ਸਾਰੇ ਕਰਮ ਆ ਉਹਨਾਂ ਦੀ ਜੜ ਪੋਟਣ ਵਿੱਚ ਮੈਂ ਨਿਪੁੰਨ ਚਤੁਰ ਸਿਆਣਾ ਹੋਵਾਂ। ਇਹੋ ਜਿਹੇ ਦਿਨ ਮੇਰੇ ਕਦੋਂ, ਕਿਸ ਤਰ੍ਹਾਂ ਕਦੋਂ ਆਉਣਗੇ ਇਹ ਸ਼ਿਵ ਜੀ ਮਹਾਰਾਜ। ਭਰਤਰੀ ਜੀ ਕਹਿ ਰਹੇ ਆ, ਕਬਿਤ
शांत धुनि जामनी की चांदनी अमित दुत। शांत पाठ दे तत्ते सियारी ला लैनी। शांत धुनि शांत धुनि जामनी की। शांत धुनि जामनी की। जामनी की कही है रात दी जिहड़ी शांत धुनि शांत धुनि आ आवाज़। धुनि का अर्थ होंदा आवाज़। पर जो आवाज़ वालों शांत है बिल्कुल चुप चां जिहदे विच कोई रौला नहीं आ। ऐसी शांति दी जिहदे विच धुनि शांत धुनि वाली रात दी भाव रात दी जिहड़ी चुप चां है बिल्कुल जिहदे विच चुप आ ते जिस विच चंद्रमा दी जिहड़ी चांदनी है। चांदनी की है चांदनी चंद्रमा जिहड़ी चांदनी आ ਉਹਦੀ ਜਿਹੜੀ ਦੁੱਤ ਕਹੀਏ ਉਹ ਤੇ ਦੁੱਤ ਜਿਹੜਾ ਪ੍ਰਕਾਸ਼ ਹੈ ਉਹ ਵੀ ਅਮਿਤ ਕਹੀਏ ਬਹੁਤ ਆਇਆ ਬੇਹੱਦ। ਭਾਵ ਰਾਤ ਦੀ ਚੁੱਪ ਜਾਂ ਬਿਲਕੁਲ ਜਿਹਦੇ ਵਿੱਚ ਕੋਈ ਆਵਾਜ਼ਾਂ ਨਹੀਂ ਹੋ ਰਿਹਾ ਆਵਾਜ਼ ਵੱਲੋਂ ਸ਼ਾਂਤ ਆ। ਧੁਨੀ ਨਾਮ ਦਾ ਆਵਾਜ਼ ਦਾ ਸ਼ਾਂਤ ਨਾਮ ਸ਼ਾਂਤੀ ਦਾ ਭਾਵ ਜੋ ਆਵਾਜ਼ ਵੱਲੋਂ ਸ਼ਾਂਤ ਆ ਐਸੀ ਰਾਤ ਦੀ ਤੇ ਉਸ ਰਾਤ ਦੇ ਵਿੱਚ ਜਿਹੜੀ ਚੰਦਰਮਾ ਦੀ ਚਾਂਦਨੀ ਦੀ ਜਿਹੜੀ ਦੁੱਤ ਸੋਭਾ ਜਾਂ ਪ੍ਰਕਾਸ਼ ਅਮਿਤ ਬੇਹੱਦ ਆ। ਤਾਂ ਸੋ ਗੰਗਾ ਤੀਰ ਤਲੋਂ ਉਜਲੋ ਲਸਤ ਹੈ। ਤਾਂ ਸੋ ਗੰਗਾ ਤੀਰ ਤਲੋਂ ਉਜਲੋ ਲਸਤ ਹੈ। ਤਾਂ ਸੋ ਕਹੀਏ ਉਸ ਨਾਲ। ਤਾਂ ਦਾ ਅਰਥ ਹੁੰਦਾ ਉਸ। ਸੋ ਦਾ ਅਰਥ ਹੁੰਦਾ ਨਾਲ। ਭਾਵ ਉਸ ਨਾਲ ਭਾਵ ਉਸ ਪ੍ਰਕਾਸ਼ ਨਾਲ ਜੋ ਚਾਂਦਨੀ ਦਾ ਬੇਹੱਦ ਪ੍ਰਕਾਸ਼ ਉਸ ਪ੍ਰਕਾਸ਼ ਨਾਲ ਗੰਗਾ ਦੇ ਕੰਢੇ ਦਾ ਜਿਹੜਾ ਉੱਪਰਲਾ ਹਿੱਸਾ ਚਿੱਟਾ ਚਿੱਟਾ ਚਮਕਦਾ ਹੈ। ਉਸ ਪ੍ਰਕਾਸ਼ ਨਾਲ ਜੋ ਗੰਗਾ ਦਾ ਤੀਰ ਕਿਨਾਰਾ ਤਲੋਂ ਕਈ ਉੱਪਰਲਾ ਭਾਗ ਆ ਕਿਨਾਰੇ ਦਾ ਉੱਪਰਲਾ ਭਾਗ ਆ ਜੋ ਉਜਲ ਬਹੁਤ ਚਿੱਟਾ ਚਿੱਟਾ ਆ ਤੇ ਲਸਤ ਕੇ ਲਿਸ਼ਕਦਾ ਹੈ ਚਮਕਦਾ ਹੈ। ਤਾਂ ਮੈਂ ਸੁਖੀ ਬਹੁ ਕਹੂੰ शिव शिव कहूँ ऐसी। ਤਾਂ ਮੈਂ ਕਹੀਏ ਉਸ ਵਿੱਚ ਭਾਵ ਜਿਹੜਾ ਉਜਲ ਜੋ ਕੰਢੇ ਦਾ ਕਿਨਾਰਾ ਉੱਪਰਲਾ ਸਾ ਬੜਾ ਚਿੱਟਾ ਚਿੱਟਾ ਚਮਕਦਾ। ਤਾਂ ਮੈਂ ਕਹੀ ਉਸ ਵਿੱਚ ਭਾਵ ਉਸ ਉਜਾਲੇ ਦੇ ਉਜਲੋ ਗਏ ਚਿੱਟੇ ਚਿੱਟੇ ਉਜਾਲੇ ਦੇ ਵਿੱਚ ਕਹਿੰਦੇ ਮੈਂ ਕਹੂੰ ਬਹੂੰ ਕਹੂੰਗੀ ਕਿਸੇ ਜਗ੍ਹਾ ਦੇ ਵਿੱਚ ਬਹੂੰ ਕਿਸੇ ਜਗ੍ਹਾ ਉੱਤੇ ਸੁਖੀ ਹੋ ਕੇ ਬਹੂੰ ਬੈਠਾ ਰਹਾਂ ਤੇ ਉੱਥੇ ਬੈਠ ਕੇ ਸ਼ਿਵ ਸ਼ਿਵ ਕਹੂੰ ਤੇ ਸ਼ਿਵਾਏ ਓਮ ਸ਼ਮੋ ਓਮ ਨਮः ਸ਼ਿਵਾਏ ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ ਇਸ ਤਰ੍ਹਾਂ ਕਹੂੰ ਕਹੀਏ ਆਖਾਂ ਅਤੇ ਬਾਣੀ ਭਾਨੋ ਜੈਸੀ ਪ੍ਰਾਣੀ ਦੋ ਖਾਰਤ ਹੈ। ਤੇ ਅਰਥ ਵਾਸਤੇ ਲਾਉਣਾ ਐਸੀ ਬਾਣੀ ਭਾਨੋ ਭਾਵ ਐਸੀ ਕੋਈ ਇਸ ਤਰ੍ਹਾਂ ਦੀ ਬਾਣੀ ਭਾਨੋ ਬੋਲਾਂ ਕਹਾਂ ਜੈਸੇ ਜਿਸ ਤਰ੍ਹਾਂ ਜਿਹੜਾ ਪ੍ਰਾਣੀ ਦੁੱਖ ਦੇ ਨਾਲ ਹਾਰਤ ਕੀ ਦੁਖੀ ਦੀਨ ਹੋਇਆ ਹੋਵੇ ਤੇ ਉਹ ਪੁਕਾਰਾਂ ਕਰਦਾ। ਜੈਸੇ ਪ੍ਰਾਣੀ ਜੈਸੇ ਕੋਈ ਜੀਵ ਦੁੱਖ ਦੇ ਨਾਲ ਦੁਖੀ ਹੋਇਆ ਦੀਨ ਹੋਇਆ ਰੌਲਾ ਪਾਉਂਦਾ ਪੁਕਾਰਾਂ ਕਰਦਾ ਇਸ ਤਰ੍ਹਾਂ ਕਹਿੰਦੇ ਮੈਂ ਅਸੀਂ ਬਾਣੀ ਕਹਾਂ ਸ਼ਿਵ ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ ਹੇ ਸ਼ਿਵ ਜੀ ਮਹਾਰਾਜ ਹੇ ਸ਼ਿਵ ਜੀ ਮਹਾਰਾਜ ਇਸ ਤਰ੍ਹਾਂ ਕਹਾਂ ਤੇ ਉਸ ਉਜਾਲੇ ਵਿੱਚ ਗੰਗਾ ਦੇ ਕਿਨਾਰੇ ਤੇ ਬੈਠ ਕੇ ਕਿਸੇ ਸੋਹਣੀ ਜਗ੍ਹਾ ਤੇ ਬੈਠ ਕੇ ਸੁੱਖ ਦੇ ਨਾਲ शिव जी शिव शिव कहता रवां ऐसी बाणी भाना कहाँ ते ऐसी कहते बाणी कहाँ ते भी जैसे प्राणी दुखारता है जिस तरह प्राणी दुख के नाल आद के दुखी होया हुंदा है किवें वो पुकारां करदा है। प्रेम ओदे पाथ साथ दरिग भीग जाहे कब प्रेम नाल पैदा होवे पानी जड़े आ उस आंसू अथरूआं दे नाल अखां भेज जान। ठीक है जी। प्रेम उदे कि ऐसा प्रेम उदे कि ये पैदा होवे प्रगट होवे पैदा होवे प्रगट होवे ऐसा प्रेम जड़ा पैदा होवे प्रगट होवे कि जड़ा पाथ की पानी दे साथ की नाल दरिग जड़े दरिग नेत्र है मेरे भीग जाए वो भेज जान
ਜਾਹੇ ਦਾ ਅਰਥ ਜਾਣ। ਕਬ ਪ੍ਰੇਮ ਉਦੇ ਪਾਸ ਸਾ ਦਰੇਗ ਭੀਗ ਜਾਹੇ ਕਬ। ਇੱਥੇ ਵਿਸ਼ਰਾਮ ਹੈ ਪਰ ਅਰਥ ਵਾਸਤੇ ਤੁਹਾਨੂੰ ਦੱਸਦੇ ਹਾਂ। ਆਵੇ ਸਾਹੇ ਸਾਹੇ ਮੋਹ ਰੋਮਾਂਚ ਭੁੱਲ ਕਤ ਹੈ। ਤੇ ਕਬ ਆਵੇ ਸਾਹੇ ਸਾਹੇ ਅਰਥ ਵਾਸਤੇ। ਕਬ ਕਹੀਏ ਤੇ ਕਦੇ ਕਦੇ ਜਿਹੜੇ ਮੇਰੇ ਸਾਹ ਜੇ ਆਉਣ। ਆਵੇ ਕਹੀਏ ਆਉਣ ਭਾਵ ਹੌਕੇ ਜੇ ਆਉਣ। ਹੌਕੇ ਲੰਬੇ ਲੰਬੇ ਹੌਕੇ ਜੇ ਭਾਰਾਂ ਰਾਗ ਵਿੱਚ ਆ ਕੇ। ਤੇ ਮੋਹ ਰੋਮਾਂਚ ਭੁੱਲ ਕਤ ਹੈ। ਤੇ ਮੋਹ ਕਹੀਏ ਵੀ ਮੇਰੇ ਮੋਹ ਦਾ ਅਰਥ ਮੇਰੇ ਜਿਹੜੇ ਰੋਮ ਆ ਉਹ ਰੋਮਾਂ ਦੇ ਵਿੱਚ ਰੋਮ ਆਂਚਪਾ ਰੋਮਾਂ ਦੇ ਵਿੱਚ ਪੁਲਕਤ ਕਹੀਏ ਪੁਲਕਾਵਲੀ ਆਵੇ। ਮੋਹ ਕਹੀ ਮੇਰੇ ਰੋਮਾਂ 'ਚ ਲੂਹ ਕੰਡੇ। ਰੋਮਾਂ ਦੇ ਵਿੱਚ ਇਹੋ ਜਿਹੀ ਆਂਚ ਆਵੇ ਭਾਵ ਲੂਹ ਕੰਡੇ ਹੋ ਜਾਣ ਤੇ ਪੁਲਕਾਵਲੀ ਜੀ ਜਿਹੜੀ ਹੋ ਜਾਵੇ। ਇਹ ਮਹਾਰਾਜ ਭਾਵ ਕੇ ਅਪੋਗਣ ਤੇ ਭਇਓ ਅਬ ਉਦਵੇਗ। ਭਾਵ ਕੇ ਕਈ ਸੰਸਾਰ ਦੇ ਜਿਹੜੇ ਅਭੋਗਣ ਭੋਗਣ ਤੋਂ ਰਹਿਤ ਜੋ ਭੋਗਣ ਵਾਲੇ ਆ ਗਈਏ ਨਹੀਂ ਹੈ। ਭਾਵ ਅਭੋਗ ਇੱਕ ਦੇ ਭੋਗ ਇੱਕ ਦੇ ਅਭੋਗ ਭਾਵ ਖੋਟੇ ਭੋਗ ਦੁਖਦਾਈ ਭੋਗ। ਸੰਸਾਰ ਦੇ ਜਿਹੜੇ ਖੋਟੇ ਭੋਗ ਦੁਖਦਾਈ ਭੋਗ ਆ ਤੇ ਉਹਨਾਂ ਤੋਂ ਕਹਿੰਦੇ ਭਾਇਓ ਅਬ ਉਦਵੇਗ। ਕਹਿੰਦੇ ਅਬ ਕਈ ਹੁਣ ਮੈਨੂੰ ਉਦਵੇਗ ਵੈਰਾਗ ਭਇਓ ਹੋਇਆ ਹੈ ਭਾਵ ਹੋ ਗਿਆ ਹੈ। ਕਾਰੋਂ ਐਸੀ ਬੀਦੀ ਬੇਗ ਐਸੀ ਮੋਰ ਮਤ ਹੈ। ਇਸ ਲਈ ਇਹ ਮਹਾਰਾਜ ਸ਼ਿਵ ਜੀ ਸ਼ਿਵ ਰੂਪ ਪਰਮਾਤਮਾ ਕਲਿਆਣ ਸਰੂਪ ਐਸੀ ਵਿਧੀ ਐਸੀ ਜਿਹੀ ਵਿਧੀ ਕਰੋ ਕਈ ਕਰ ਬੇਗ ਕਹੀਏ ਛੇਤੀ ਨਾਲ। ਐਸੀ ਮੋਰੀ ਮਤ ਹੈ। ਐਸੀ ਜਿਹੜੀ ਮੇਰੀ ਮਤ ਕਹੀਏ ਤੈਨੂੰ ਐਸੀ ਮੇਰੀ ਜਿਹੜੀ ਮਤ ਸਲਾਹ ਹੈ ਤੇਰੇ ਅੱਗੇ ਮਤ ਕਹੀਏ ਬੇਨਤੀ ਹੈ ਮੇਰੀ ਭਾਵ-ਅਰਥ। ਐਸੀ ਮੋਰੀ ਮਤ ਐਸੀ ਮੇਰੀ ਸਲਾਹ ਆ ਕਿ ਤੂੰ ਛੇਤੀ ਛੇਤੀ ਨਾਲ ਮੇਰੀ ਐਸੀ ਵਿਧੀ ਕਰ ਕਿ ਮਹਾਰਾਜ ਸੰਸਾਰ ਦੇ ਖੋਟੇ ਖੋਟੇ ਹੋ ਗਿਆ ਉਹਨਾਂ ਤੋਂ ਮੈਨੂੰ ਹੁਣ ਵੈਰਾਗ ਹੋ ਗਿਆ ਤੇ ਤੂੰ ਮੇਰੇ 'ਤੇ ਮਿਹਰ ਕਰ। ਕਈ ਵਿਦਵਾਨ ਜਿਹੜਾ ਇਹ ਛੰਦ ਦਾ ਜਿਹੜਾ ਭਾਵ ਕਿ ਅਭੋਗਣ ਦੇ ਭਇਓ ਅਬ ਉਦਵੇਗ ਇਹ ਚੌਥੀ ਤੁਕ ਤੋਂ ਅਰਥ ਸ਼ੁਰੂ ਕਰਦੇ ਆ ਤੇ ਫਿਰ ਇਹ ਅਰਥ ਲਾ ਕੇ ਫਿਰ ਥੱਲੇ ਦੂਸਰੇ ਪਹਿਲੇ ਤੁਕਾਂ ਦਾ ਸ਼ਾਂਤੀ ਧੁਨੀ ਜਾਮਣੀ ਕੀ ਚਾਂਦਨੀ ਮੇਰੇ ਦੁੱਤ ਇਹਦਾ ਅਰਥ ਕਰਦੇ ਆ। ਫਿਰ ਕਹਿੰਦੇ ਵੀ ਸਿੱਧ ਹੁੰਦਾ ਆ। ਆਪਾਂ ਉੱਦਾਂ ਸਿੱਧਾ ਕਰ ਲਿਆ ਤਾਂ ਜੋ ਕੋਈ ਪਰੇਸ਼ਾਨ ਨਾ ਹੋਵੇ ਸੁਣਨ ਲੱਗਿਆ ਵੀ ਕਿੱਥੋਂ ਸ਼ੁਰੂ ਕਰ ਦਿੱਤਾ। ਮਤਲਬ ਸਾਰੀਆਂ ਗੱਲਾਂ ਕਰਨੀਆਂ ਤੇ ਨਾਲ ਇਹ ਸ਼ਬਦ ਲਾਉਣਾ ਵੀ ਐਸੇ ਦਿਨ ਮਾਰੇ ਮੇਰੇ 'ਤੇ ਕਦੋਂ ਆਉਣਗੇ। ਇਹ ਮੇਰੀ ਸਲਾਹ ਦੀ ਕਿਰਪਾ ਕਰ ਇਹੋ ਜਿਹੇ ਦਿਨ ਮੇਰੇ 'ਤੇ ਕਦੋਂ ਆਉਣਗੇ। ਕਬਿਤ ਨਹਾਇ ਕੇ ਨਵਾਉ ਗੰਗਾ ਪਾਤ ਸਾਥ ਨਾਥ ਤੂੰ ਮੈਂ। ਹੁਣ ਅੱਗੇ ਉਚਾਰਨ ਕਰਦੇ ਆ ਕਿ ਹੇ ਨਾਥ ਨਾਥ ਲਿਖਿਆ ਨਾ ਪਿਛੇ ਸਾਥ ਨਾਥ। ਹੇ ਨਾਥ ਜਿਹੜਾ ਗੰਗਾ ਦਾ ਪਾਤ ਕੀ ਜਾਲ ਆ ਗੰਗਾ ਜਲ ਵਿੱਚ ਆਪ ਨਹਾਇ ਕੇ ਕਹੀਏ ਨਹਾ ਕੇ ਇਸ਼ਨਾਨ ਕਰਕੇ ਫਿਰ ਨਵਾਉਂ ਕਹੀਏ ਤੁਹਾਨੂੰ ਗੰਗਾ ਜਲ ਨਾਲ ਜਿਹੜਾ ਮੈਂ ਗੰਗਾ ਦੇ ਪਾਸ ਕਹੀਏ ਜਲ ਦੇ ਨਾਲ ਨਵਾਉਂ ਕਹੀਏ ਨਵਾਵਾਂ ਇਸ਼ਨਾਨ ਕਰਵਾਵਾਂ। ਇਹ ਵੀ ਬੜੀ ਵੱਡੀ ਕਿਰਪਾ ਵੀ ਪਹਿਲਾਂ ਤੇ ਆਪ ਇਸ਼ਨਾਨ ਕਰ ਗੰਗਾ ਦੇ ਜਲ ਨਾਲ ਫਿਰ ਤੁਹਾਨੂੰ ਨਵਾਉਂ ਕਹੀਏ ਨਵਾਵਾਂ ਇਸ਼ਨਾਨ ਕਰਾਵਾਂ। ਅਤੇ ਤੁਮੇ ਦਾ ਅਰਥ ਧੰਨ ਨਹਾਇ ਕੇ ਨਵਾਉ ਗੰਗਾ ਪਾਸ ਹੱਥ ਨਾ ਤੁਮੇ। ਸਮਝ ਆ ਗਈ। ਇੱਥੋਂ ਤੱਕ ਅਰਥ ਆਪਣਾ ਹੋ ਗਿਆ। ਸੁੱਚ ਫੂਲ ਫਲ ਕਰ ਰੁਚ ਧਰ ਧਿਆਵਾਂਗੇ ਰੋਜ਼ ਧਰ ਧਿਆਵਾਂਗੇ। ਰੂਚ ਪਾਠ ਕੀਤਾ ਵਾ ਤਾਂ ਸਾਰਿਆਂ ਨੇ ਤੇ ਸੂਚ ਪਾਠ ਜਿਹੜਾ ਸੁੱਚ ਪਾਠ ਕੀਤਾ ਵੀ ਸੂਚ ਕੀਤਾ ਕਈ ਥਾਵਾਂ ਤੇ ਸੂਚ ਸੁੱਚ ਇੱਕ ਹੀ ਗੱਲ ਹੈ। ਸੁੱਚ ਪਾਠ ਠੀਕ ਹੈ। ਸੁੱਚ ਫੂਲ ਫਲੋਂ ਕਰ ਰੂਚ ਧਰ ਧਿਆਵਾਂਗੇ। ਅਤੇ ਪਵਿੱਤਰ ਜਿਹੜੇ ਫੂਲ ਕਹੀਏ ਫੁੱਲ ਆ ਪਵਿੱਤਰ ਫੂਲ ਤੇ ਫਲੋਂ ਪਵਿੱਤਰ ਫੂਲ ਤੇ ਫੁੱਲਾਂ ਨੂੰ ਬਾਣ ਵਿੱਚੋਂ ਇਕੱਠਿਆਂ ਕਰਕੇ ਜਾਂ ਫੁੱਲ ਸੁੱਚੇ ਫੁੱਲਾਂ ਤੇ ਫਲਾਂ ਕਰਕੇ ਇਹ ਆਪ ਅੱਗੇ ਮਹਾਰਾਜ ਰੱਖਾਂ ਅਤੇ
ਰੁਚੀ ਪ੍ਰੇਮ ਧਰ ਕੇ ਧਿਆਵਾਂਗੇ, ਤੁਹਾਨੂੰ ਧਿਆਵਾਂਗੇ, ਤੁਹਾਡਾ ਸਿਮਰਨ ਕਰਾਂਗਾ। ਮਹਾਰਾਜ ਵੀ ਉਹ ਦਿਨ ਕਦੋਂ ਆਉਣਗੇ ਜਦੋਂ ਮੈਂ ਕਿ ਗੰਗਾ ਜਲ ਜਾਪ ਇਸ਼ਨਾਨ ਕਰਕੇ ਫਿਰ ਤੁਹਾਨੂੰ ਗੰਗਾ ਜਲ ਨਾਲ ਇਸ਼ਨਾਨ ਕਰਾਵਾਂ ਅਤੇ ਪਵਿੱਤਰ ਫੁੱਲਾਂ ਫਲਾਂ ਨੂੰ ਬਨ ਵਿੱਚੋਂ ਇਕੱਠਿਆਂ ਕਰਕੇ ਆਪ ਅੱਗੇ ਰੱਖਾਂਗਾ ਅਤੇ ਆਪਣੇ ਆਪ ਦਾ ਭਲਾ ਕਰਨ ਵਾਸਤੇ ਬੜੇ ਰੁਚੀ ਕਹੀਏ ਪ੍ਰੇਮ ਦੇ ਨਾਲ ਪ੍ਰੇਮ ਧਾਰਨ ਕਰਕੇ ਸਿਮਰਨ ਕਰਾਂਗਾ। ਮਹਾਰਾਜ ਇਹ ਵੀ ਦਿਨ ਕਦੋਂ ਆਉਣਗੇ? ਪਾਠ ਦਾ ਅਰਥ ਜਾਲਿਆ, ਪਿੱਛੇ ਵੀ ਦੱਸ ਚੁੱਕੇ ਹਾਂ, ਬਾਕੀ ਸਾਰੇ ਅਰਥ ਸਪਸ਼ਟ ਕਰ ਦਿੱਤੇ। ਰੋਜ਼ ਦਾ ਅਰਥ ਪ੍ਰੇਮ ਹੈ, ਠੀਕ ਹੈ। ਨਵਾਉਣ ਦਾ ਅਰਥ ਨਵਾਵਾਂਗਾ, ਅਤੇ ਨਹਾਏ ਦਾ ਅਰਥ ਨਹਾਏ ਕੇ ਨਾਲ ਇਸ਼ਨਾਨ ਕਰਕੇ। ਧਿਆਨ ਜੋਗ ਧਿਆਨ ਤੇਰੋ ਤਾਵੇਂ ਲਾਗੇ ਮਨ ਮੇਰੋ। ਫਿਰ ਹੋਰ ਐਡੀ ਕਿਰਪਾ ਹੋਵੇ ਕਿ ਜੋ ਧਿਆਨ ਕਰਨੇ ਯੋਗ ਹੈ ਉਹ ਪਰਮਾਤਮਾ ਤੂੰ ਹੀ ਹੈ। ਧਿਆਨ ਕਰਨੇ ਯੋਗ ਜੋ ਆਪ ਦਾ ਸੋਹਣਾ ਤੇਰਾ ਕੀ ਹੈ, ਆਪ ਦਾ ਧਿਆਨ ਹੈ, ਆਪ ਜੀ ਦਾ ਧਿਆਨ ਹੈ, ਅਤੇ ਤਾਂ ਮੈਂ ਕਹੀਏ ਉਸ ਵਿੱਚ ਲਾਗੇ ਮਨ ਮੇਰੋ, ਅਤੇ ਮੇਰਾ ਜਿਹੜਾ ਉਸ ਧਿਆਨ ਵਿੱਚ ਮਨ ਲੱਗ ਜਾਵੇ, ਲੱਗੇ ਅਤੇ ਸੈਲ ਦਰੀ ਸੇਲਾ ਕੇ ਭਰੀ ਅੰਕ ਪੈ ਸੁਹਾਵੇਂਗੇ। ਅਤੇ ਕੀ ਜਿਹੜੀ ਸੈਲ ਦੀ ਦਰੀ ਕੀ ਗੁਫਾ, ਪਹਾੜ ਦੀ ਗੁਫਾ ਦੇ ਅੰਦਰਲੀ, ਹਾਂਜੀ, ਜਿਹੜੇ ਪਹਾੜ ਦੇ ਅੰਦਰ ਜਿਹੜੀ ਗੁਫਾ ਹੈ, ਅਤੇ ਉਹ ਗੁਫਾ ਦੇ ਅੰਦਰ ਜਾ ਕੇ ਜਿਹੜੀ ਸਿਲਾ ਹੈ, ਪੱਥਰ ਦੀ ਸਿਲਾ, ਉਹ ਸਿਲਾ ਰੂਪ ਦੇ ਪਰੇ ਅੰਗ ਕਹੀਏ ਪਲੰਘ ਦੇ ਉੱਪਰ ਪੈ ਕਰਕੇ ਜਾਂ ਉੱਤੇ ਬੈਠ ਕਰਕੇ ਸੁਹਾਵੇਂਗੇ, ਸੋਭਾ ਪਾਵਾਂਗੇ, ਸੁਹਾਵਾਂਗੇ। ਉੱਤੇ ਬੈਠ ਕੇ ਮੈਂ ਸੁਹਾਵਾਂਗਾ, ਸੋਭਾ ਪਾਵਾਂਗਾ, ਉੱਤੇ ਬੜਾ ਸੁੱਖ ਮਾਣਾਂਗਾ। ਉੱਤੇ ਬਹਿ ਕੇ ਵੀ ਮੈਂ ਪਲੰਘ ਜਿਹੜਾ ਪੱਥਰ ਦੀ ਸਿਲਾ ਨੂੰ ਕੀਤਾ, ਗੁਫਾ ਪਹਾੜ ਵਿੱਚ ਬੈਠਾ ਹੋਇਆ ਵਾਂ। ਵੀ ਮਹਾਰਾਜ ਦਿਨ ਕਦੋਂ ਆਉਣਗੇ? ਸੁਖੀ ਨਿਜਾ ਆਨੰਦ ਕਰ ਫਲਾਹਾਰੀ ਰਤ ਤਰ। ਸੁਖੀ ਨਿਜਾ ਆਨੰਦ ਕਰ ਅਤੇ ਨਿਜ ਆਨੰਦ ਭਾਵ ਨਿਜ ਆਨੰਦ, ਭਾਵ ਆਪਣਾ ਆਨੰਦ, ਆਤਮਿਕ ਆਨੰਦ, ਆਪਣੇ ਸਵੈ ਸਰੂਪ ਦਾ ਆਨੰਦ, ਤੋ ਕੀ ਆਪਣੇ ਆਤਮਾ ਦਾ ਆਨੰਦ ਹੀ ਆਤਮਾ ਦੇ ਆਨੰਦ ਕਰਕੇ ਸੁਖੀ ਹੋਵਾਂਗਾ। ਸੁਖੀ ਨਿਜਾ ਆਨੰਦ ਕਰ, ਆਪਣੇ ਆਨੰਦ ਕਰਕੇ ਸੁਖੀ ਹੋਵਾਂਗਾ। ਅਤੇ ਫਲਾਹਾਰੀ, ਇਕੱਠਾ ਪਾਠ ਕਰਨਾ, ਕਿਉਂਕਿ ਇਹਦੀ ਸੰਧੀ ਕਰਨ ਬਣਨਾ ਫਲਾਹਾਰੀ। ਫਲਾਂ ਦਾ ਜਿਹੜਾ ਆਹਾਰੀ ਕਹੀਏ ਭੋਜਨ ਕਰਨ ਨਾਲ ਅਤਿਅੰਤ ਪ੍ਰੀਤੀ ਹੋ ਜਾਵੇਗੀ। ਰਤ ਕਹੀ ਪ੍ਰੀਤੀ, ਤਰ ਕਹੀਏ ਅਤਿਸ਼ੈ ਕਰਕੇ, ਵੀ ਅਤਿਸ਼ੈ ਕਰਕੇ ਫਿਰ ਫਲਾਂ ਦੇ ਆਹਾਰੀ ਕਹੀਏ ਭੋਜਨ ਛਕਣ ਦੇ ਰਤ ਕੀ ਪ੍ਰੀਤੀ ਜਿਹੜੀ ਅਤਿਸ਼ੈ ਤਰ ਕਹੀ ਅਤਿਸ਼ੈ ਕਰਕੇ ਹੋ ਜਾਵੇਗੀ। ਹਾਂਜੀ, ਗੁਰੂ ਕੇ ਬਚਨ ਸੋ ਚਰਨ ਥਾਰੇ ਭਾਵੇਂਗੇ। ਅਤੇ ਗੁਰੂ ਕੇ ਬਚਨ, ਜਿਹੜੇ ਗੁਰੂ ਦੇ ਬਚਨ ਨੇ, ਗੁਰੂ ਦੇ ਬਚਨਾਂ ਦੇ ਨਾਲ ਕਹਿੰਦੇ ਸੌ ਦਾ ਅਰਥ ਹੁੰਦਾ ਨਾਲ, ਗੁਰੂ ਦੇ ਬਚਨਾਂ ਨਾਲ ਪ੍ਰੀਤੀ ਕਰਨ ਕਰਕੇ ਜੋ ਥਾਰੇ ਚਰਨ ਆਪ ਜੀ ਦੇ ਚਰਨ ਆ, ਉਹ ਮੈਨੂੰ ਭਾਵੇਂਗੇ ਕਿ ਚੰਗੇ ਲੱਗਣਗੇ, ਸਮਰਾਰੀ ਥਾਰੀ ਕਿਰਪਾ ਅਨੁਸਾਰੇ ਸਾਰੇ। ਇਹ ਸਮਰ ਦੈਂਤ ਦੇ ਆਰੀ ਕਹੀਏ ਵੈਰੀ, ਭਾਵ ਸ਼ਿਵ ਜੀ। ਇਹ ਸਮਰ ਦੈਂਤ ਨੂੰ ਮਾਰਨ ਵਾਲੇ ਸ਼ਿਵ ਜੀ, ਸਮਰ ਦੈਂਤ ਦੇ ਆਰੀ ਕਹੀਏ ਵੈਰੀ, ਭਾਵ ਸ਼ਿਵ ਜੀ ਮਹਾਰਾਜ ਜੀ। ਥਾਰੀ ਕਹੀ ਆਪ ਜੀ ਦੀ ਕਿਰਪਾ ਦੇ ਅਨੁਸਾਰੇ ਹੈ, ਸਾਰੇ ਆਪ ਜੀ ਦੀ ਕਿਰਪਾ ਅਨੁਸਾਰੇ ਹੀ ਆ। ਅਤੇ ਇਹ ਕਿਰਪਾ ਕਰੋ ਦੁੱਖ ਸਾਰੇ ਹਮ ਜਦੋਂ ਸੋ ਦਿਹਾੜੇ ਕਦੋਂ ਆਵੇਂਗੇ। ਜਿਹੜਾ ਅਨੁਸਾਰੇ ਸਾਰੇ, ਔਰ ਸਾਰੇ ਦਾ ਅਰਥ ਉੱਧਰ ਵੀ ਲਾ ਦਿੱਤਾ, ਇੱਧਰ ਹੀ ਲਾ ਲੈਣਾ ਅਰਥ ਵਾਸਤੇ। ਸਾਰੇ ਦੁੱਖ ਸਾਰੇ, ਪਹਿਲਾਂ ਸਾਰੇ ਫਿਰ ਸਾਰੇ, ਭਾਵ ਜਿਹੜੇ ਮਹਾਰਾਜ ਆਪ ਜੀ ਦੀ ਕਿਰਪਾ ਦੇ ਅਨੁਸਾਰ ਹੋਣ ਕਰਕੇ
ਕਹਿੰਦੇ ਵੀ ਸਾਰੇ ਜਿਹੜੇ ਦੁੱਖ ਆ ਉਹ ਸਾਰੇ ਸਾੜ ਦੇਵੇਂਗਾ। ਹਮ ਕਹੀਏ ਹਮਾਰੇ, ਜਦੋਂ ਕਹੀਏ ਜਦੋਂ। ਆ ਜਦੋਂ ਦੁੱਖਾਂ ਨੂੰ ਤੂੰ, ਮੇਰੇ ਸਾਰੇ ਦੁੱਖਾਂ ਨੂੰ ਤੂੰ ਸਾਰੇ ਗਈ ਸਾੜ ਦੇਵੇਂਗਾ, ਸਾੜੇਗਾ, ਜਾਂ ਤੁਹਾਡੀ ਕਿਰਪਾ ਦੇ ਅਨੁਸਾਰੀ ਹੋ ਕੇ ਸਾਰੇ ਦੁੱਖਾਂ ਨੂੰ ਹੀ ਜਦੋਂ ਸਾੜ ਲਵਾਂਗੇ। ਸੋ ਦਿਹਾੜੇ ਕਦੋਂ ਆਵੇਂਗੇ? ਉਹ ਸੋ ਗਏ ਉਹ ਦਿਹਾੜੇ ਦਿਨ ਕਦੋਂ ਆਵੇਂਗੇ, ਕਦੋਂ ਆਉਣਗੇ ਮਹਾਰਾਜ? ਇਹ ਕਿਰਪਾ ਕਰਕੇ ਮੈਨੂੰ ਦੱਸ ਦਿਓ ਜੀ, ਉਹ ਦਿਨ ਕਦੋਂ ਆਉਣਗੇ ਮਹਾਰਾਜ ਜੀ, ਵੀ ਕਿਰਪਾ ਕਰਕੇ ਦੱਸੋ। ਕਬਿਤ ਸੁੰਦਰੀ ਕੇ ਭੋਗਨ ਮੈਂ ਸੁੰਦਰ ਇਕਾਲ ਗਇਓ। ਸੁੰਦਰੀ ਭਾਵ ਸੋਹਣੇ ਮੁਖ ਵਾਲੀ ਸੁੰਦਰੀ ਇਸਤਰੀ, ਸੋਹਣੇ ਮੁਖ ਵਾਲੀ ਸੁੰਦਰੀ ਇਸਤਰੀ। ਇਹ ਜਿਹੜਾ ਕਹਿੰਦੇ ਆ ਇਹ ਸੁੰਦਰ ਇਹ ਕਾਲ ਗਏ, ਇਹ ਜਿਹੜਾ ਸੁੰਦਰ ਕਾਲ ਸਮਾਂ ਸੀ, ਕਹਿੰਦੇ ਇਹਦੇ ਸੁੰਦਰੀ ਇਸਤਰੀ ਦੇ ਭੋਗਾਂ ਦੇ ਵਿੱਚ ਹੀ ਚਲਾ ਗਿਆ ਹੈ, ਬੀਤ ਗਿਆ ਹੈ। ਇਸਤਰੀ ਦੇ ਭੋਗਾਂ ਵਿੱਚ ਹੀ ਬੀਤ ਗਿਆ, ਵਿਕਾਰ ਭੋਗਦੇ ਬੀਤ ਗਿਆ ਹੈ। ਧਾਰ ਕੇ ਭਵੋਟ ਭਵਿਓ ਸੋਗ ਮਗ ਚਿਰ ਮੈਂ। ਧਾਰ ਕੇ ਭਵੋਟ ਭਵਿਓ ਭਾਵ ਓਟ, ਜਿਹੜਾ ਭਵੋਟ ਸ਼ਬਦ ਹੈ ਨਾ, ਉਹਦੇ ਵਿੱਚ ਬਾਨਾ ਹੋੜੇ ਊੜਾ ਭਾਵ ਓਟ, ਭਾਵ ਸੰਸਾਰ ਦੀ ਓਟ, ਸੰਸਾਰ ਦਾ ਆਸਰਾ। ਸੰਸਾਰ ਦਾ ਜਿਹੜਾ ਓਟ ਆਸਰਾ ਧਾਰ ਕੇ ਕਹਿੰਦੇ ਆ ਸੋਗ ਮਗ ਚਿਰ ਮੈਂ ਸੋਗ ਦੇ ਮਗ ਕਹੀਏ ਰਾਹ ਦੇ ਵਿੱਚ ਬਹੁਤ ਲੰਬਾ ਸਮਾਂ, ਬਹੁਤ ਚਿਰ, ਬਹੁਤ ਲੰਬਾ ਸਮਾਂ ਜਾਂ ਬਹੁਤ ਚਿਰ ਤੱਕ ਭਵਿਓ ਕਹੀਏ ਫਿਰਦਾ ਰਿਹਾ ਹਾਂ। ਭਵੇ ਦਾ ਅਰਥ ਫਿਰਦਾ ਰਿਹਾ। ਸੰਸਾਰ ਦਾ ਆਸਰਾ ਧਾਰ ਕੇ ਮੈਂ ਸੋਗ ਦੇ ਰਾਹ ਵਿੱਚ ਬਹੁਤ ਚਿਰ ਤੱਕ ਫਿਰਦਾ ਰਿਹਾ ਹਾਂ। ਪਾਇਓ ਆਤ ਖੇਦ ਗਇਓ ਥਾਕ ਨਿਰਵੇਦ ਅਬ। ਪਾਇਓ ਆਤ ਖੇਦ ਗਇਓ ਥਾਕ ਨਿਰਵੇਦ ਅਬ। ਆਤ ਖੇਦ, ਆਤ ਦਾ ਭਾਵ ਵੱਡਾ ਖੇਦ, ਜਿਹੜਾ ਦੁੱਖ ਪਾਇਓ ਪਾਇਆ ਹੈ, ਅਤੇ ਗਇਓ ਥੱਕ ਗਿਆ ਹਾਂ। ਹੁਣ ਅਬ ਕਹੀਏ ਹੁਣ ਇਹਨਾਂ ਭੋਗਾਂ ਤੋਂ ਮੈਂ ਥੱਕ ਗਿਆ ਹਾਂ। ਤੇ ਨਿਰਵੇਦ, ਜਿਹੜਾ ਨਿਰਵੇਦ ਆ ਭਾਵ ਇਹ ਵੈਰਾਗ ਆ। ਚਾਹੂੰ ਗੰਗ ਤੀਰ ਪਰ ਬਹੁ ਉਤ ਗਿਰ ਮੈਂ। ਨਿਰਵੇਦ ਵੈਰਾਗ ਜਿਹੜਾ ਕਹਿੰਦੇ ਆਪ ਕਹੀਏ ਹੁਣ ਮੈਂ ਚਾਹੁੰਦਾ ਹਾਂ। ਗੰਗ ਤੀਰ ਤੇ ਗੰਗਾ ਦਾ ਜਿਹੜਾ ਕੰਢਾ ਆ, ਤੀਰ ਕਿਨਾਰਾ ਆ, ਤੇ ਜਾਂ ਵੀ ਗੰਗ ਤੀਰ ਜਾਂ ਪਹਾੜ ਉਤ ਗਿਰ ਮੈਂ, ਵੀ ਜਾਂ ਫਿਰ ਗਿਰ ਮੈਂ ਕਹੀਏ ਮੈਂ ਗਿਰ ਪਹਾੜ ਦੇ ਉਤ ਕਹੀ ਉੱਤੇ ਬਹੁ ਬਾਹਾਂ, ਤੇ ਉੱਥੇ ਬਹਿ ਕੇ ਆਪਣੀ ਉਮਰ ਗੁਜ਼ਾਰਨਾ ਕਰਾਂ। ਠੀਕ ਹੈ ਜੀ। ਗਿਰ ਨਾਮ ਪਹਾੜ ਦਾ ਹੁੰਦਾ। ਧਾਰ ਕੇ ਨਹੀਂ ਪਾਇਓ ਹੱਥ ਖੇਤ, ਬੜਾ ਦੁੱਖ ਪਾਇਆ ਇਹਨਾਂ ਕੰਮਾਂ ਵਿੱਚ ਲੱਗ ਕੇ ਗਇਓ ਥਾਕ। ਅੱਗ ਕਹਿੰਦੇ ਹੁਣ ਮੈਂ ਇਹਨਾਂ ਭੋਗਾਂ ਤੋਂ ਥੱਕ ਗਿਆ। ਤੇ ਨਿਰਵੇ ਜਿਹੜਾ ਵੈਰਾਗ ਆ ਉਹਨੂੰ ਹੁਣ ਚਾਹੁੰਦਾ ਹਾਂ। ਜਾਂ ਵੀ ਗੰਗਾ ਦੇ ਤੀਰ ਕਿਨਾਰੇ ਤੇ ਪਾਰ ਕੇ ਉੱਪਰ ਬਾਹਾਂ, ਤੇ ਜਾਂ ਫਿਰ ਗਿਰ ਪਹਾੜ ਉੱਤੇ ਬਾਹਾਂ, ਤੇ ਜਾਂ ਫਿਰ ਗਿਰ ਮੈਂ ਭਾਵ ਪਹਾੜ ਦੇ ਵਿੱਚ ਬਾਹਾਂ, ਭਾਵ ਗੁਫਾ ਦੇ ਵਿੱਚ ਬਾਹਾਂ, ਤੇ ਉੱਥੇ ਬਹਿ ਕੇ ਬਾਕੀ ਦੀ ਉਮਰ ਗੁਜ਼ਾਰਨੀ ਕਰਾਂ। ਤੁੰਗ ਹੋਹੇ ਤਨ ਬਾਰ ਨੈਣ ਪੂਰੇ ਪ੍ਰੇਮ ਬਾਰ। ਤੁੰਗ ਨਾਮ ਹੁੰਦਾ ਉੱਚੇ ਦਾ, ਨੇਤਾ ਤੁੰਗ ਕੇ ਚਰਨ ਧਰ। ਤੁੰਗ ਨਾਮ ਉੱਚੇ ਦਾ ਹੁੰਦਾ ਜਾਂ ਖੜੇ ਦਾ ਹੁੰਦਾ। ਤੁੰਗ ਹੋਏ ਤਨ ਬਾਰ, ਤੁੰਗ ਨਾਮ ਉੱਚੇ ਦਾ ਜਾਂ ਖੜੇ ਦਾ। ਆ ਮੇਰਾ ਤਨ ਜਿਹੜਾ ਸਰੀਰ ਆ ਉਹ ਤੁੰਗ ਹੋਏ, ਉੱਚਾ ਹੋਵੇ, ਖੜਾ ਹੋਵੇ, ਤੇ ਉੱਥੇ ਬੈਠਿਆ ਉੱਥੇ ਜਾ ਕੇ। ਠੀਕ ਹੈ ਜੀ। ਮੇਰਾ ਸਿਰ ਭਾਵ ਉੱਚਾ ਖੜਾ, ਮੈਂ ਸਰੀਰ ਕਰਕੇ ਖੜਾ ਹੋਇਆ ਹੋਵਾਂ। ਤੇ ਬਾਰ ਨੈਣ ਕਈ ਨੈਣਾ ਦੇ ਵਿੱਚ ਬਾਰ ਜਿਹੜੇ ਪਾਣੀ ਜਲ ਹੋਵੇ, ਅੱਖਾਂ ਵਿੱਚ ਆਂਸੂ ਜਿਹੜੇ ਆ ਉਹ ਪੂਰੇ ਦੇ ਪੂਰੇ ਭਰੇ ਹੋਣ।
ਆਂਸੂ ਅਥਰੂ ਭਰੇ ਹੋਣ, ਨੈਣਾਂ ਦੇ ਵਿੱਚ ਬਾਰ ਨੈਣ ਪੂਰੇ ਪ੍ਰੇਮ ਬਾਰ। ਭਾਵ ਬਾਰ ਪਹਿਲੇ ਦਾ ਅਰਥ ਆ ਜਾਲੀ ਆ, ਵੀ ਜਲ ਨੈਣਾਂ ਵਿੱਚ ਨੇਤਰਾਂ 'ਚ ਪੂਰੇ ਤੌਰ 'ਤੇ ਭਰਿਆ ਹੋਏ, ਅਤੇ ਪ੍ਰੇਮ ਬਾਰ, ਜਿਹੜਾ ਪ੍ਰੇਮ ਦਾ ਬਾਰ ਕਹੀਏ ਜਲ ਹੈ। ਕੰਠ ਦੱਬੇ ਨਾਮੋ ਚਾਰ, ਗੰਗਾ ਜਾ ਕੇ ਸਿਰ ਮੈਂ। ਅਤੇ ਪ੍ਰੇਮ ਦੇ ਜਲ ਨਾਲ ਕਹਿੰਦੇ ਜਿਹੜਾ ਕੰਠ ਮੇਰਾ ਉਹ ਵੀ ਦੱਬ ਜਾਵੇ, ਭਾਵ ਕੰਠ ਭਰ ਜਾਵੇ, ਐ ਲਬਾਲਾ ਭਰਿਆ ਹੋਵੇ। ਅਤੇ ਨਾਮੋ ਚਾਰ ਇਕੱਠਾ ਪਾਠ ਕਰਨਾ, ਨਾਮ ਨੂੰ ਇਹੋ ਜਿਹਾ ਮਤਲਬ ਰਾਗ ਹੋ ਜਾਵੇ ਵੀ ਪ੍ਰੇਮ ਜਾਲ ਨਾਲ ਕੰਠ ਦੱਬ ਜਾਵੇ, ਅਤੇ ਉਸ ਦੇ ਪਰਮੇਸ਼ਰ ਵਾਹਿਗੁਰੂ ਜਾਂ ਹੇ ਸ਼ਿਵ ਜੀ, ਜਾਂ ਵੀ ਉਸ ਅਕਾਲ ਪੁਰਖ ਦੇ ਜਿਹੜੇ ਨਾਮ ਹੋਗੇ, ਨਾਮ ਨੂੰ ਹੋੜੇ 'ਚ ਨਿਕਲਿਆ ਊੜਾ ਬਣ ਗਿਆ, ਊੜਾ ਹੋੜੇ 'ਚ ਨਿਕਲਿਆ ਊੜਾ ਬਣ ਗਿਆ ਉਚਾਰ। ਨਾਮ ਨੂੰ ਉਚਾਰਨ ਕਰਾਂ, ਨਾਮ ਭਾਵ ਸਿਮਰਨ ਕਰਾਂ, ਗੰਗਾ ਜਾ ਕੇ ਸਿਰ ਮੈਂ। ਕਹਿੰਦੇ ਉਸ ਦਾ ਨਾਮ ਉਚਾਰਨ ਕਰਾਂ, ਗੰਗਾ ਜਾ ਕੇ ਕਹੀ ਜਿਸ ਦੇ ਸਿਰ ਵਿੱਚ ਹੈ, ਉਹ ਕੀ ਆ? ਸ਼ਿਵ ਜੀ ਹੈ। ਸ਼ਿਵ ਜੀ ਦੇ ਕੇਸਾਂ ਵਿੱਚ ਹੀ ਹੈ ਨਾ ਇਹ ਗੰਗਾ। ਐਸੇ ਜਿਹੜੇ ਕਹਿੰਦੇ ਆ ਉਹ ਨਾਮ ਨੂੰ ਮੈਂ ਉਚਾਰਨ ਕਰਾਂ ਜਾ ਕੇ ਜਿਨ੍ਹਾਂ ਦੇ ਸਿਰ ਦੇ ਸੀਸ ਦੇ ਵਿੱਚ ਗੰਗਾ ਵਸ ਰਹੀ ਹੈ। ਭੋਗ ਨਰ ਕਾਂਗਨ ਕੇ ਹੇਤ ਕੋ ਨਾ ਭਜੋ ਅਬ, ਜਿਹੜਾ ਭੋਗ ਵਿਸ਼ੇ ਭੋਗ ਹੈ। ਹਾਂਜੀ, ਨਰਕ ਆਂਗਨ, ਨਰਕਾਂ ਦਾ ਜੋ ਵਿਹੜਾ ਭੋਗ ਆ ਉਹਨਾਂ ਭੋਗਾਂ ਦੇ ਵਾਸਤੇ। ਆਂਗਨ ਨਾਮ ਵੇਖੋ ਹੁੰਦਾ ਵਿਹੜੇ ਦਾ ਵੀ, ਨਰਕਾਂ ਭਾਵ ਜਿਹੜਾ ਨਰਕ ਦਾ ਵਿਹੜਾ ਆ ਭੋਗ ਵਿਸ਼ੇ ਭੋਗ, ਨਰਕਾਂ ਦੇ ਵਿਹੜੇ ਜਿਹੜਾ ਭੋਗ ਵਿਸ਼ੇ ਭੋਗ ਆ ਉਹਨਾਂ ਦੇ ਵਾਸਤੇ। ਕੋ ਨਾ ਭਜੋ, ਕੋ ਨਾ ਭਜੋ, ਕੋਈ ਨਾ ਹੁਣ ਭਜੋ ਕਹੀਏ ਭਜਾਂ ਆਪ ਕਹੀ ਹੁਣ ਮੈਂ ਉਹਨਾਂ ਦਾ ਸੇਵਨ ਨਾ ਕਰਾਂ। ਜਾਂ ਭੋਗ ਨਰਕਾਗਨ, ਭਾਵ ਜੋ ਨਰਕਾਂ ਦੀ ਆਗਨ ਕਹੀਏ ਅੱਗ, ਨਰਕ ਅਗਨ ਨਰਕਾਂ ਦੀ ਅੱਗ ਹੈ। ਨਰਕਾਂ ਦੀ ਅੱਗ ਦਾ ਹੀ ਜੋ ਹੇਤ ਗਈ ਕਾਰਨ ਆ ਉਹ ਕੀ ਹੈ? ਵਿਸ਼ੇ ਭੋਗ ਆ। ਕੋ ਨਾ ਭਜੋ ਅਬ ਗਈ ਹੁਣ ਉਹਨਾਂ ਕੋ ਗਈ ਕੋਈ ਨਾ ਹੁਣ ਉਹਨਾਂ ਨੂੰ ਭਜੋਗੇ ਭਜਨਾ ਕਰਾਂ, ਭਾਵ ਉਹਨਾਂ ਦਾ ਸੇਵਨ ਨਾ ਕਰਾਂ। ਕਰੋ ਐਸੀ ਵਿਧ, ਇਹ ਭਗਵਾਨ ਜੀ ਕੋਈ ਐਸੀ ਵਿਧੀ ਜਿਹੜੀ ਕਰੋ, ਕਰ ਦਿਓ। ਭਾਵੋਂ ਭਾਵ ਮੈਂ ਨਾ ਫੇਰ ਮੈਂ, ਕਰੋ ਐਸੀ ਵਿਧ ਭਾਵੋਂ ਭਾਵ ਮੈਂ ਨਾ ਫੇਰ ਮੈਂ। ਫਿਰ ਮੈਂ ਕਹੀਏ ਜਿਹੜਾ ਮੁੜ ਕਰਕੇ, ਭਾਵ ਮੈਂ ਕਈ ਸੰਸਾਰ ਦੇ ਵਿੱਚ ਨਾ ਭਾਵੋਂ ਕਹੀਏ ਫੇਰਾਂ, ਮੈਨੂੰ ਮੁੜ ਕੇ ਮੈਂ ਕਹੀਏ ਮੈਨੂੰ, ਫਿਰ ਮੈਂ ਕਹੀਏ ਮੁੜ ਕੇ, ਭਾਵ ਮੈਂ ਦਾ ਅਰਥ ਮੈਨੂੰ, ਮੈਨੂੰ ਫਿਰ ਕਹੀਏ ਮੁੜ ਕੇ, ਭਾਵ ਮੈਂ ਕਹੀਏ ਸੰਸਾਰ ਦੇ ਵਿੱਚ ਨਾ ਕਹੀਏ ਭਾਵੋਂ ਕਹੀਏ ਫਿਰ ਨਾ ਪਵੇ। ਜਾਂ ਭਾਵੋਂ ਭਾਵ ਮੈਂ ਫਿਰਦਾ ਨਾ ਸੰਸਾਰ ਦੇ ਵਿੱਚ, ਫਿਰ ਕਹੀਏ ਮੁੜ ਕੇ ਮੈਂ ਕਹੀਏ ਮੈਂ ਸੰਸਾਰ ਵਿੱਚ ਮੁੜ ਕੇ ਨਾ ਫਿਰਦਾ ਰਹਾਂ, ਮੈਨੂੰ ਮੁੜ ਕੇ ਸੰਸਾਰ ਵਿੱਚ ਫਿਰਨਾ ਨਾ ਪਵੇ। ਇਹੋ ਜਿਹੀ ਮੈਂ ਤੇ ਕਿਰਪਾ ਕਰ ਦਿਓ, ਐਸੀ ਵਿਧੀ ਬਣਾ ਦਿਓ ਜੀ। ਕਬਿਤ ਕਾਲ ਇਹ ਪੁਨਾਗਮੀ, ਪੁਨਾਗਮੀਨ ਸੋ ਤੋ ਭਇਓ ਬਿਰਥਾ। ਇਹ ਜੋ ਜਿਹੜੇ ਪੁਨਾਗਮੀਨ ਪਾਠ ਇਕੱਠਾ ਕਰ ਲੈਣਾ, ਅਤੇ ਇਹਦਾ ਸੰਧੀ ਕਰਨੇ ਕਰਦੇ ਵਿਦਵਾਨ ਪੁੰਨ, ਅਤੇ ਨੰਨੇ 'ਚ ਨਿਕਲ ਗਿਆ ਐੜਾ, ਦੇ ਕੰਨਾ ਹੋ ਗਿਆ ਆਗਮੀਨ, ਪੁੰਨ ਆਗਮੀਨ। ਭਾਵ ਜੋ ਪੁੰਨਾ ਕਰਕੇ ਆਇਆ ਹੋਇਆ, ਜਾਂ ਭਾਵ ਜੋ ਪੁੰਨਾ ਕਰਕੇ ਆਇਆ ਹੋਇਆ, ਕੀ ਭਾਵ ਜੋ ਪੁੰਨਾ ਕਰਕੇ ਪ੍ਰਾਪਤ ਹੋਇਆ ਹੈ। ਅਤੇ ਪੁੰਨ ਹੁਣ ਦੇ ਹੋਣ ਜਾਂ ਪਿਛਲੇ ਹੋਣ, ਇਹ ਕਾਲ ਇਹ ਪੁਨਾਗਮੀਨ ਸੋ ਤੋ ਭਇ ਬਿਰਥਾ। ਇਹ ਜੋ ਪੂਰਬਲੇ ਪੁਨਾਗਮੀਨ, ਪੁੰਨਾ ਕਰਕੇ, ਹਾਂਜੀ ਪੁੰਨਾ ਕਰਕੇ ਗਮੀਨ ਕਹੀਏ ਆਗਮੀਨ, ਪੁੰਨਾ ਕਰਕੇ ਆਗਮਨ ਹੋਇਆ, ਪੁੰਨਾ ਕਰਕੇ ਆਉਣਾ ਹੋਇਆ ਹੈ। ਕੀ ਆਉਣਾ ਹੋਇਆ? ਪੁੰਨਾ ਕਰਕੇ ਆਉਣਾ ਹੋਇਆ, ਅਤੇ ਕਾਲ ਕਹੀਏ ਸਮਾਂ, ਆਗਮੀਨ ਕਹੀਏ ਪ੍ਰਾਪਤ ਹੋਇਆ।
ਪੁੰਨਾ ਇਹ ਤੁਹਾਨੂੰ ਦੱਸਦਾ ਵਾ, ਇੱਦਾਂ ਪੁੰਨ ਦਾ ਅਰਥ ਹੁੰਦਾ ਵਾ, ਪੁੰਨ ਆਗਮੀ ਦਾ ਅਰਥ ਹੁੰਦਾ ਵਾ ਆਗਮਨ ਹੋਇਆ, ਪੁੰਨਾ ਕਰਕੇ ਜੋ ਆਉਣਾ ਹੋਇਆ, ਭਾਵ ਪੁੰਨਾ ਕਰਕੇ ਜੋ ਪ੍ਰਾਪਤ ਹੋਇਆ। ਉਹ ਕੀ ਪ੍ਰਾਪਤ ਹੋਇਆ? ਮਨੁੱਖ ਜਨਮ ਸਾਨੂੰ ਹੋਇਆ ਪ੍ਰਾਪਤ। ਠੀਕ ਹੈ ਜੀ। ਇਸ ਤਰ੍ਹਾਂ ਇੱਥੇ ਭਾਵ ਅਰਥ ਸਮਝ ਲੈਣਾ ਮਨ 'ਚ ਵੀ ਪੁੰਨਾ ਕਰਕੇ ਜੋ ਪ੍ਰਾਪਤ ਹੋਇਆ ਵਾ, ਪੁੰਨਾ ਕਰਕੇ ਪ੍ਰਾਪਤ ਹੁੰਦਾ ਨਾ ਇਹ ਸਰੀਰ, ਇਸ ਕਰਕੇ ਉਹ ਮਨੁੱਖ ਜਨਮ ਵੀ ਸਮਝ ਲੈਣਾ ਵੀ ਇਹ ਕਹੀਏ ਇਹ ਜੋ ਪੂਰਬਲੇ ਪਿਛਲੇ ਪੁੰਨ ਕਰਮ ਕਰਕੇ ਸਰੀਰ ਮਿਲਦਾ ਵਾ, ਉੱਦਾਂ ਹੁਣ ਥੋੜ੍ਹੀ ਜਿਹੜੇ ਹੁਣ ਕੀਤੇ ਉਹਦੇ ਕਰਕੇ ਥੋੜ੍ਹੀ, ਜੋ ਪਿਛਲੇ ਕੀਤੇ ਉਹਦੇ ਕਰਕੇ ਆ ਸਰੀਰ ਮਿਲਿਆ, ਜਿਹੜੇ ਹੁਣ ਕਰਾਂਗੇ ਉਹਦੇ ਕਰਕੇ ਗਾਂਹ ਮਿਲੂਗਾ। ਭਾਵ ਇਹ ਜੋ ਪੂਰਬਲੇ ਪੁੰਨਾਂ ਦੇ ਕਰਕੇ ਆਗਮਨ ਹੋਇਆ ਵਾ ਜਾਂ ਪ੍ਰਾਪਤ ਹੋਇਆ ਕੀ? ਮਨੁੱਖਾ ਜਨਮ। ਮਨੁੱਖਾ ਜਨਮ ਰੂਪ ਜੋ ਕਾਲ ਕਹੀਏ ਸਮਾਂ ਪ੍ਰਾਪਤ ਹੋਇਆ, ਸੋ ਤੋਂ ਕਹੀਏ ਉਹ ਤੋਂ, ਸੋ ਦਾ ਅਰਥ ਉਹ ਤੋਂ ਦਾ ਅਰਥ ਕਹੀਏ ਤਾਂ, ਉਹ ਤਾਂ ਬਿਰਥਾ ਕਹੀਏ ਬਿਰਥਾ ਹੀ ਭਇਓ ਕਹੀਏ ਹੋਇਆ ਹੈ, ਵਿਅਰਥੀ ਹੋ ਗਿਆ ਹੈ, ਵਿਅਰਥੀ ਹੋਇਆ, ਉਹਦੇ ਕਹਿੰਦੇ ਵਿਅਰਥ ਹੋ ਗਿਆ, ਭਇਓ ਕਹੀਏ ਹੋ ਗਿਆ। ਖੀਨ ਤਨ ਦੀਨ ਮਨ ਦੀਨ ਨਾਰੀ ਰਮਣੀਕ ਮੈਂ। ਖੀਨ ਦਾ ਅਰਥ ਇੱਥੇ ਕਰਨਾ ਵਾ ਨਾਸ, ਭਾਵ ਇਹ ਜੋ ਪੂਰਬਲੇ ਪੁੰਨਾ ਕਰਕੇ ਮਨੁੱਖਾ ਜਨਮ ਰੂਪ ਸਮਾਂ ਪ੍ਰਾਪਤ ਹੋਇਆ, ਸੋ ਤੋਂ ਭਇਓ ਬਿਰਥਾ, ਉਹ ਤੋਂ ਵਿਅਰਥੀ ਹੋ ਗਿਆ, ਤੇ ਖੀਨ ਕਹੀਏ ਨਾਸ ਹੀ ਭਇਓ ਕੀ ਹੋ ਗਿਆ। ਤਨ ਚੀਨ ਮਨ ਦੀਨ ਨਾਰੀ ਰਮਣੀਕ ਮੈਂ। ਇਹ ਤੇ ਤਨ ਦੀਨ ਪਾਠ ਨਹੀਂ ਹੈ, ਇੱਥੇ ਚੀਨ ਪਾਠ ਕੀਤਾ ਵਿਦਵਾਨਾਂ ਨੇ ਕਿ ਇਹ ਜਿਹੜਾ ਸਰੀਰ ਸਤਾਨ, ਜਿਹੜਾ ਸਰੀਰ ਸੀ, ਇਸ ਨੂੰ ਮੈਂ ਚੀਨ ਕਰੀਏ ਜਾਣ ਕੇ, ਇਸ ਸਰੀਰ ਨੂੰ ਆਪਣਾ ਜਾਣ ਕੇ, ਆਪਣਾ ਰੂਪ ਪਛਾਣ ਕਰਕੇ, ਤੇ ਮਨ ਦਿੱਤਾ ਕਿੱਥੇ? ਨਾਰੀਆਂ ਰਮਣੀਕ। ਰਮਣੀਕ ਨਾਮ ਸੁੰਦਰ ਦਾ, ਸੁੰਦਰ ਨਾਰੀਆਂ ਦੇ ਵਿੱਚ, ਮਨ ਨੂੰ ਸੁੰਦਰ ਨਾਰੀਆਂ ਦੇ ਵਿੱਚ ਲਾ ਦਿੱਤਾ। ਮਨ ਦੀਨ ਕੇ ਮਨ ਦੇ ਦਿੱਤਾ, ਮਨ ਦਿੱਤਾ ਕਿੱਥੇ? ਨਾਰੀਆਂ ਰਮਣੀਕ ਮੈਂ ਕਹੀਏ ਸਮੁੰਦਰ ਨਾਰੀਆਂ ਦੇ ਵਿੱਚ, ਇਸਤਰੀਆਂ ਵਿੱਚ। ਤੇ ਜੇ ਤਨ ਦੀਨ ਪਾਠ ਹੋਵੇ ਤੇ ਉਹ ਵੀ ਆਪਾਂ ਅਰਥ ਲਾ ਸਕਦੇ, ਦੂਸਰਾ ਪਾਠ ਸਮਝੋ ਤਨ ਦੀਨ, ਇਹ ਤਨ ਵੀ ਦਿੱਤਾ ਮਨ ਵੀ ਦਿੱਤਾ ਕਿੱਥੇ? ਨਾਰੀ ਰਮਣੀਕ ਮੈਂ, ਸੁੰਦਰ ਨਾਰੀਆਂ ਦੇ ਵਿੱਚ, ਆ ਵਿਸ਼ੇ ਭੋਗਾਂ ਵਿੱਚ ਲਾ ਦਿੱਤਾ। ਸੁੰਦਰ ਸੁੰਦਰ ਨਾਰੀ ਨੂੰ ਵੇਖ ਕੇ ਉਹਨਾਂ ਦੇ ਵਿਸ਼ੇ ਭੋਗਾਂ ਦੇ ਮੈਂ ਕਹੇ ਵਿੱਚ ਹੀ ਲਾ ਦਿੱਤਾ। ਠੀਕ ਹੈ ਜੀ। ਸੈਂਕੜੇ ਕਲੇਸ਼ੋਂ ਕੋ ਪਰਵੇਸ਼ੋ ਕਰ ਵਿਆਕੁਲ ਜੈਸੇ। ਸੈਂਕੜੇ ਕਲੇਸ਼ ਹੋ ਗਏ ਦੁੱਖ, ਸੈਂਕੜੇ ਕਲੇਸ਼ਾਂ, ਸੈਂਕੜੇ ਦੁੱਖਾਂ ਕੋ ਕਹੀਏ ਨੂੰ, ਸੈਂਕੜੇ ਦੁੱਖਾਂ ਨੂੰ ਜਿਹੜੇ ਦੇਣ ਵਾਲੇ ਕਰਮ ਹਨ, ਉਹ ਕਰਮਾਂ ਦੇ ਵਿੱਚ ਕਹਿੰਦੇ ਪਰਵੇਸ਼ੋ ਕਹੀਏ ਪ੍ਰਵੇਸ਼ ਕਰ ਗਏ। ਸੈਂਕੜੇ ਕਲੇਸ਼ ਹੋ ਗਏ, ਸੈਂਕੜੇ ਜਿਹੜੇ ਇਹੋ ਜਿਹੇ ਦੁੱਖ ਦੇਣ ਵਾਲੇ ਕਰਮਾਂ ਦੇ ਵਿੱਚ, ਸੈਂਕੜੇ ਕਲੇਸ਼ ਦੇਣ ਵਾਲੇ ਨਾ ਕਰਮ ਮਾੜੇ, ਇਹ ਕਰਮਾਂ ਦੇ ਵਿੱਚ ਪ੍ਰਵੇਸ਼ ਹੋ ਕਹੀਏ ਪ੍ਰਵੇਸ਼ ਕਰਕੇ ਵਿਆਕਲ ਕਹੀਏ ਵਿਆਕਲ ਹੋ ਗਿਆ, ਭਾਵ ਮਹਾ ਦੁਖੀ, ਮਹਾ ਦੁਖੀ ਹੋ ਗਿਆ ਹਾਂ। ਜੈਸੇ ਜੈਸੇ ਦੇ ਵਿਸ਼ਰਾਮ ਸੀ ਤੇ ਅਰਥ ਵਾਸਤੇ ਅੱਗੇ ਲੱਗੂਗਾ। ਸੋ ਦਸਾ ਸਹੀ ਸਹੀ ਕਹਾਂ ਕਹਾਂ ਤੀਕ ਮੈਂ, ਜੈਸੇ ਕਿ ਫਿਰ ਜਿਸ ਤਰ੍ਹਾਂ, ਸੋ ਕਹੀਏ ਉਹ ਜਿਸ ਤਰ੍ਹਾਂ, ਸੋ ਕਹੀਏ ਉਹ ਜਿਹੜੀ ਵਿਆਕਲਤਾ ਹੋਈ ਆ, ਮਹਾ ਦੁਖੀ ਹੋਇਆ, ਉਹ ਮਹਾ ਦੁਖੀ ਹੋਣੇ ਕਰਕੇ ਵਿਆਕਲਤਾ ਕਰਕੇ, ਤੇ ਕਹਿੰਦੇ ਆ ਜੋ ਦਸ਼ਾ ਹੋ ਸਹੀ ਨਿਸ਼ਚੇ ਕਰਕੇ ਹੋਈ ਆ, ਉਹ ਦਸ਼ਾ, ਦਸ਼ਾ ਅਰਥ ਹਾਲਤ, ਉਹ ਦਸੋ ਦਾ ਅਰਥ ਜੈਸੀ ਜਿਸ ਤਰ੍ਹਾਂ ਉਹ ਜਿਹੜੀ ਵਿਆਕਲਤਾ ਹੋਈ ਆ, ਤੇ ਉਹ ਵਿਆਕਲਤਾ ਕਰਕੇ ਸੋ ਦਸ਼ਾ ਕਹਿੰਦੇ ਉਹ ਜਿਹੜੀ ਦਸ਼ਾ ਸਹੀ ਨਿਸ਼ਚੇ ਕਰਕੇ, ਨਿਸ਼ਚੇ ਕਰਕੇ ਸਹੀ ਸਹੀ ਸਹਾਰੀ ਆ, ਕਹਾਂ ਕਹਾਂ ਤੀਕ ਮੈਂ, ਕਹਿੰਦੇ ਉਹ ਮੈਂ ਭਲਾ ਵੀ ਕਹਾਂ ਕਹਾਂ ਕਿੱਥੋਂ ਕਿੱਥੋਂ ਤੱਕ, ਕਿੱਥੋਂ ਕਦ ਤੱਕ ਮੈਂ ਕਹਾਂ, ਕਹਾਂ ਕਹਾਂ ਤੀਕ ਮੈਂ, ਪਹਿਲੇ ਅਰਥ ਕਹਾਂ, ਕਹਾਂ ਕਹਾਂ ਤੀਕ ਮੈਂ, ਕਹਾਂ ਵੀ ਕਹਾਂ 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 ਤੀਕ ਮੈਂ, ਜਿਹੜਾ ਦੂਸਰਾ ਕਹਾਂ ਪਾਠ ਉੱਥੇ ਲਾਉਣਾ ਕਿੱਥੋਂ, ਕਿੱਥੋਂ ਤੀਕ ਮੈਂ ਕਹਾਂ ਕਹੀਏ ਕਹਾਂ, ਕਹਾਂ ਕਿੱਥੋਂ ਤੱਕ ਮੈਂ। ਸੋ ਦਸ਼ਾ ਸਹੀ ਸਹੀ, ਉਹ ਸੋ ਗਏ ਉਹ ਜਿਹੜੀ ਦਸ਼ਾ ਵਿਆਕਲਤਾ ਕਰਕੇ ਸਹੀ ਸਹਾਰੀ ਆ,
सही कहिए निश्चय करके जो दशा सही सहारी आ, कहाँ कहाँ तीक मैं, कित्थों तक मैं कहाँ, कित्थों तक कह सकदा भाव कह नहीं सकदा। जो हालत होती रही आ, आप बड़े कष्ट सहारे आ। जो जो करो काम सो सो दिर दुख ग्राम मोको, जो जो करो काम सो सो दिर दुख ग्राम मोको। जो जो करो काम, जो काम भी मैं कीता है, सो कहिए उस कर्म ने, उस काम ने मैं मोको कहिए मैनू दुखां दा ते पूंजी बख्श दिता है। ग्राम का अर्थ हुंदा पूंज जां समूह। मोक कहिए मैनू ते उन्हें दुखां दा समूह ही देत कहिए दिता है, पर दुखां दा समूह ही कर दिता है। सो कहिए ओ होए कर्म ने काम ने देत दुख दिता मैनू, किन्ना ग्राम कहिए समूह, सारा ही मोक कहिए मैनू बहुता दुख दिता है। आहो वही अप काम करो अब तीक मैं। आहो दा अर्थ हाय आश्चर्य आ, या आओ कहिए हाय अफसोस आ। वही कहिए ओही ਜਿਹੜੇ ਆਪ ਕਰਮ ਆ, ਜਿਵੇਂ ਆਪ ਸ਼ਬਦ ਭਾਵ ਮਾੜੇ ਸ਼ਬਦ, ਮਾੜੇ ਕਰਮ, ਬੁਰੇ ਕਰਮ। ਵਹੀ ਕਹੀ ਉਹੀ ਆਪ ਕਾਮ, ਉਹੀ ਆਪ ਕਰਮ ਕਰੋ ਅਬ ਤੀਕ ਮੈਂ, ਕਰਦਾ ਹਾਂ ਹੁਣ ਤੱਕ ਮੈਂ। ਹੁਣ ਤੱਕ ਉਹੀ ਕੰਮ ਕਰਦਾ ਆ ਰਿਹਾ, ਤੇ ਹੁਣ ਤੱਕ ਉਹੀ ਕੰਮ ਮੈਂ ਕਰ ਰਿਹਾ, ਹਜੇ ਵੀ ਨਹੀਂ ਹਟ ਰਿਹਾ। ਇਹੋ ਜਿਹੀ ਮੇਰੀ ਹਾਲਤ ਹੋਈ ਆ। ਪ੍ਰਬਲ ਅਦਿਸ਼ਟ ਦੁਸ਼ਟ ਜੋਰਤ ਅਨਿਸ਼ਟ ਮਾਹੇ। ਪ੍ਰਬਲ ਭਾਵ ਵਿਸ਼ੇਸ਼ ਬਲ ਵਾਲੇ, ਭਾਵ ਮਹਾ ਬਲਵਾਨ, ਜੋ ਦੁਸ਼ਟ ਕਰਮ ਆ। ਅਦਿਸ਼ਟ ਦਾ ਅਰਥ ਹੁੰਦਾ ਕਰਮ, ਦੁਸ਼ਟ ਦਾ ਅਰਥ ਦੁਸ਼ਟ, ਭਾਵ ਮਹਾਬਲ ਬਲ ਵਾਲੇ ਜਿਹੜੇ ਕਰਮ ਆ ਦੁਸ਼ਟ ਆ, ਦੁਸ਼ਟ ਕਰਮ ਆ, ਉਹ ਦੁਸ਼ਟ ਕਰਮ ਹੀ ਮੈਨੂੰ ਕਹਿੰਦੇ ਅਨਿਸ਼ਟ। ਅਨਿਸ਼ਟ ਦਾ ਅਰਥ ਹੁੰਦਾ ਇੱਛਾ ਤੋਂ ਰਹਿਤ ਜਾਂ ਇੱਛਾ ਤੋਂ ਰਹਿਤ। ਜਿਹੜੇ ਹਨ, ਅਦਿਸ਼ਟ ਦਾ ਅਰਥ ਹੁੰਦਾ ਹਾਨੀ, ਨੁਕਸਾਨ। ਜੋ ਨੁਕਸਾਨ ਦੇਣ ਵਾਲੇ ਕਰਮ ਆ, ਉਹਨਾਂ ਕਰਮਾਂ ਦੇ ਵਿੱਚ ਜੋਰਤ ਕਹੀਏ ਜੋੜਦੇ ਹਨ। ਮਹਾਬਲਵਾਨ ਦੁਸ਼ਟ ਕਰਮੀ ਮੈਨੂੰ ਹਾਨੀ ਕਰਨ ਵਾਲੇ ਕਰਮਾਂ ਵਿੱਚ ਜੋੜਦੇ ਆ। ਅਨਿਸ਼ਟ ਕਹੀਏ ਹਾਨੀ, ਅਨਿਸ਼ਟ ਕਹੀਏ ਜਿਹੜਾ ਆਪਣਾ ਹੁੰਦਾ ਨੁਕਸਾਨ, ਨੁਕਸਾਨ ਦੇ ਕਰਮਾਂ ਮਾਹੇ ਕਈ ਵਿੱਚ ਜੋਰਤ ਕਹੀ ਜੋੜਦੇ ਆ। ਜਾਂ ਅਨਿਸ਼ਟ ਦਾ ਅਰਥ ਹੁੰਦਾ ਇੱਛਾ ਤੋਂ ਰਹਿਤ। ਇਹ ਜਿਹੜੇ ਮਹਾਬਲ ਵਾਲੇ ਦੁਸ਼ਟ ਕਰਮ ਆ, ਜੋ ਇੱਛਾ ਤੋਂ ਰਹਿਤ, ਭਾਵੇਂ ਜੋ ਮੇਰੀ ਇੱਛਾ ਵਿੱਚ ਵੀ ਕਰਮ ਨਹੀਂ, ਮੈਂ ਜਿਨ੍ਹਾਂ ਨੂੰ ਕਰਨਾ ਨਹੀਂ ਚਾਹੁੰਦਾ, ਉਹਨਾਂ ਦੇ ਵਿੱਚ ਪਾਏ ਗਈ, ਉਹਨਾਂ ਵਿੱਚ ਮੈਨੂੰ ਜੋਰਤ ਗਈ ਜੋੜਦੇ ਆ। ਤਾਂ ਕਿ ਸਾਂਤ ਬਿਨਾ ਸਾਂਤ ਨਾਹੀ ਚੀਨੋ ਠੀਕ ਮੈਂ। ਤਾਂ ਮੈਂ ਕਹੀਏ ਉਹਨਾਂ ਵਿੱਚ, ਭਾਵ ਉਹਨਾਂ ਕਰਮਾਂ ਦੇ, ਤਾਂ ਕਿ ਕਹੀਏ ਉਹਨਾਂ ਦੇ, ਭਾਵ ਉਹਨਾਂ ਕਰਮਾਂ ਦੇ ਸ਼ਾਂਤ ਬਿਨਾ, ਸ਼ਾਂਤੀ ਬਿਨਾ, ਭਾਵ ਸ਼ਾਂਤ ਕੀ ਉਹਨਾਂ ਨੂੰ ਜਦੋਂ ਕੋਈ ਖਤਮ ਚੀਜ਼ ਹੋ ਜਾਏ ਨਾ ਤਾਂ ਸ਼ਾਂਤ ਹੋ ਜਾਂਦੀ। ਭਾਵ ਸ਼ਾਂਤੀ ਦਾ ਅਰਥ ਲਾਉਣਾ ਇੱਥੇ ਨਾਸ, ਪਹਿਲੀ ਸ਼ਾਂਤੀ ਦਾ। ਹਾਂਜੀ, ਉਹਨਾਂ ਕਰਮਾਂ ਦੇ ਸ਼ਾਂਤ ਬਿਨਾ, ਭਾਵ ਨਾਸ ਹੋਏ ਬਿਨਾ, ਸ਼ਾਂਤ ਹੋਏ ਬਿਨਾ, ਨਾਸ ਹੋਏ ਬਿਨਾ। ਸ਼ਾਂਤੀ ਨਹੀਂ ਨਾਹੀਂ ਚੀਨੋ, ਸ਼ਾਂਤੀ ਨਹੀਂ ਚੀਨੋ ਕਹੀਏ ਜਾਣਦਾ ਠੀਕ ਮੈਂ, ਕਹੀਏ ਮੈਂ ਠੀਕ ਦੇ ਵਿੱਚ। ਉਹਨਾਂ ਨੂੰ ਸ਼ਾਂਤ ਹੋਏ ਬਿਨਾ ਕਹਿੰਦੇ ਮੈਨੂੰ ਸ਼ਾਂਤੀ ਨਹੀਂ ਆ ਪ੍ਰਾਪਤੀ ਹੋਵੇਗੀ। ਤਾਂ ਕਿ ਸ਼ਾਂਤ ਬਿਨਾ, ਉਹਨਾਂ ਦੇ ਸ਼ਾਂਤ ਹੋਏ ਬਿਨਾ, ਨਾਸ ਬਿਨਾ ਸ਼ਾਂਤੀ ਨਹੀਂ ਹੋ ਸਕਦੀ ਮੈਨੂੰ ਪ੍ਰਾਪਤ। ਚੀਨੋ ਠੀਕ ਮੈਂ ਠੀਕ ਹੀ ਚੀਨੋ ਕਹੀਏ ਜਾਣ ਲਿਆ। ਕਿਨ ਦਾ ਜਾਣ ਲਿਆ, ਠੀਕ ਦਾ ਠੀਕ। ਤੇ ਇੱਥੇ ਨੀਕ ਪੈ ਪਾਠ ਹੈਗਾ ਵੀ ਮੈਂ ਨੀਕ ਚੰਗੀ ਤਰ੍ਹਾਂ ਚੀਨੋ ਕਹੀ ਜਾਣ ਲਿਆ, ਵੀ ਉਹਨਾਂ ਕਰਮਾਂ ਦੇ ਸ਼ਾਂਤ ਹੋਏ ਤੋਂ ਬਿਨਾਂ, ਮਾੜੇ ਕਰਮਾਂ ਦੇ ਸ਼ਾਂਤ ਹੋਏ ਤੋਂ ਬਿਨਾਂ ਮੈਨੂੰ ਸ਼ਾਂਤੀ ਮਿਲ ਨਹੀਂ ਸਕਦੀ। ਇਸ ਪ੍ਰਕਾਰ ਜਿਹੜੇ ਆਪਣੇ ਵਿਥਿਆ ਦੱਸ ਰਹੇ ਆ। ਸੋ ਅੱਜ ਇੱਥੇ ਆਪਾਂ ਸਮਾਪਤੀ ਕਰਦੀ, ਸਮਾਂ ਉੱਪਰ ਹੀ ਜਾ ਰਿਹਾ, ਇਸ ਕਰਕੇ ਸਮਾਪਤੀ ਕਰ ਦਈਏ। ਪ੍ਰਬਲ ਅਦਿਸ਼ਟ ਦੁਸ਼ਟ ਜੋਤ ਅਨਿਸ਼ਟ ਮਾਹੇ, ਤਾਂ ਕਿ ਸਾਂਤ ਬਿਨ ਸਾਂਤ ਨਾਹੀ ਚੀਨੋ ਠੀਕ ਮੈਂ। ਨੀਕ ਮੈਂ ਪਾਠ ਵੀ ਹੈਗਾ, ਉਹ ਕਰ ਲਿਓ, ਤੇ ਠੀਕ ਮੈਂ ਮੁੱਖ ਪਾਠ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।